जेता जियो पिंड सब तेरा, तू अंतरजामी पुरख भगवान। दासन दास कहे जन नानक, जेहा तू कराए तेहा हों करी बखियान। तेरे कवण कवण गुण कह कह गामा, तू साहिब गुणी निधाना। तुमरी महिमा वर्ण न सकूं, तू ठाकर ऊच भगवाना। मोह कूच रह शास्त्र खट, पिंग गिरन चढ़ जाए। अंध लखै बदरो सुनै, जो काल कृपा कराए। बेशुमार अथा अगनत तोले, ज्यों बुलावो त्यों नानक दास बोले। ज्यों बुलावो त्यों नानक दास बोले। जुग जुग अटल चवर छतर तख्त दे मालिक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਜੀਵਨ ਦੇ ਸਵਾਸਾਂ ਨੂੰ ਸਫਲਾ ਕਰਨ ਵਾਸਤੇ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿਨ੍ਹਾਂ ਗੁਰਮੁਖਾਂ ਦੇ ਕਰਮਾਂ ਵਿੱਚ ਇਹ ਵਚਨ ਇਹ ਲਿਖੀ ਹੁੰਦੀ ਹੈ, ਇਹ ਬਖਸ਼ਿਸ਼ ਲਿਖੀ ਹੁੰਦੀ ਹੈ, ਉਹ ਇਸ ਨੂੰ ਪ੍ਰਾਪਤ ਕਰਦੇ ਹਨ। ਜੇ ਕਿਸੇ ਦੇ ਕਰਮ ਵਿੱਚ ਨਾ ਲਿਖੀ ਹੋਵੇ, ਉਹਨਾਂ ਨੂੰ ਇਹ ਪ੍ਰਾਪਤ ਨਹੀਂ ਹੁੰਦੀ। ਗਸਾਈ ਤੁਲਸੀਦਾਸ ਜੀ ਇੱਕ ਬਚਨ ਲਿਖਦੇ ਆ, ਤੁਲਸੀ ਪੂਰਵ ਕਰਮ ਤੇ ਹਰ ਜਸ ਸੁਣਿਆ ਨਾ ਜਾਏ। ਪਰਮੇਸ਼ਰ ਦੀ ਸਿਫਤ ਸਲਾਹ ਸੁਣਨੀ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਜਿਹਨੂੰ ਚੀਜ਼ ਸਵਾਦ ਹੀ ਨਹੀਂ ਲੱਗਦੀ, ਉਹ ਉਸ ਨੂੰ ਖਾਣਾ ਪਸੰਦ ਨਹੀਂ ਕਰਦਾ। ਜਿਹਨੂੰ ਸਵਾਦ ਲੱਗਦੀ ਹੈ, ਉਹ ਵਾਧੂ ਵੀ ਖਾ ਜਾਂਦਾ। ਤੁਲਸੀਦਾਸ ਜੀ ਕਹਿੰਦੇ ਜੇ ਪੂਰਬ ਦਾ ਕਰਮ ਮਨੁੱਖ ਦਾ ਮਾੜਾ ਹੋਵੇ, ਚੰਗੇ ਮੰਦੇ ਦੀ ਪਹਿਚਾਣ ਕਰਨੀ ਹੋਵੇ, ਪਿਛਲੇ ਕਰਮਾਂ ਦੀ ਪਹਿਚਾਣ ਕਰਨੀ ਹੋਵੇ, ਤਾਂ ਉਹ ਇਹ ਪਹਿਚਾਣ ਕੀਤੀ ਜਾ ਸਕਦੀ ਹੈ ਕਿ ਉਹ ਹਰੀ ਪਰਮੇਸ਼ਰ ਦਾ ਜਸ ਨਹੀਂ ਸੁਣੇਗਾ, ਭਾਵੇਂ ਅਮੀਰ ਹੋਵੇ, ਰਾਜਾ ਹੋਵੇ। ਜਿਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਉਹਦਾ ਪੂਰਬ ਦਾ ਕਰਮ ਮਾੜਾ ਹੈ, ਅਗਲਾ ਵੀ ਮਾੜਾ ਹੋਵੇਗਾ। ਹਰ ਜਸ ਸੁਣਿਆ ਨਾ ਜਾਏ, ਉਹਦੀਆਂ ਨਿਸ਼ਾਨੀਆਂ ਨੇ ਅੱਗੇ ਭਗਤ ਜੀ ਨੇ ਦੱਸੀਆਂ ਨੇ। ਇੱਕ ਤਾਂ ਆ ਜਾਂਦੇ ਨੇ ਗੁਰੂ ਘਰ ਦੇ ਅੰਦਰ, ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ। ਇਹ ਮਾੜੇ ਕਰਮਾਂ ਵਾਲਿਆਂ ਦੀਆਂ ਨਿਸ਼ਾਨੀਆਂ ਨੇ। ਜਾਂ ਉਹ ਨੀਂਦ ਆਉਣ ਲੱਗ ਜਾਵੇ ਵੀ ਉਹਨਾਂ ਦੀ ਬੱਸ ਦੀ ਗੱਲ ਨਹੀਂ ਰਹਿੰਦੀ, ਕਿਉਂਕਿ ਕਰਮ ਵਿੱਚ ਘਾਟ ਹੈ। ਕਹੇ ਉਂਗੇ ਕਹੇ ਉੱਠ ਚੱਲੇ, ਇੱਕ ਨਾਲ ਦੇ ਨੂੰ ਵੀ ਠਾਲ ਕੇ ਲੈ ਜਾਣਗੇ, ਆਪ ਵੀ ਚਲੇ ਜਾਣਗੇ, ਕਿਉਂਕਿ ਉਹਨਾਂ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ। ਬਾਹਰ ਜਾ ਕੇ ਆਪਣੀਆਂ ਗੱਲਾਂ ਸ਼ੁਰੂ ਕਰ ਦੇਣਗੇ। ਕਹੇ ਉਂਗੇ ਕਹੇ ਉੱਠ ਚੱਲੇ, ਕਹੇ ਔਰੇ ਬਾਤ ਚਲਾਏ। ਇੱਕ ਬੈਠੇ ਤਾਂ ਵਿੱਚ ਹੀ ਰਹਿੰਦੇ ਆ, ਪਰ ਉਹ ਆਪਣੀਆਂ ਗੱਲਾਂ ਸ਼ੁਰੂ ਕਰ ਲੈਂਦੇ ਆ, ਕਿਉਂਕਿ ਉਹਨਾਂ ਨੂੰ ਆਪਣੀਆਂ ਸਵਾਦ ਲੱਗਦੀਆਂ, ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਤਾਂ ਸਾਡੇ ਮਹਾਂਪੁਰਖ ਬਾਬਾ ਕਲਿਆਣ ਦਾਸ ਜੀ, ਉਹ ਇੱਕ ਬਚਨ ਕਰਿਆ ਕਰਦੇ ਹੁੰਦੇ ਸਨ, ਚੰਗੇ ਮੰਦੇ ਕਰਮਾਂ ਦੀ ਪਹਿਚਾਣ ਕਰਨੀ ਹੋਵੇ, ਸਤ ਸੰਗਤ ਵਿੱਚ ਚਲਿਆ ਜਾਵੇ। ਜਿੱਥੇ ਸਤ ਦੀ ਵਿਚਾਰ ਹੁੰਦੀ ਹੋਵੇ, ਰੱਬ ਦੀ ਗੱਲ ਚੱਲਦੀ ਹੋਵੇ, ਉੱਥੇ ਹੋਰ ਸੰਸਾਰੀ ਗੱਲਾਂ ਨਾ ਹੋਣ, ਕੇਵਲ ਤੇ ਕੇਵਲ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ, ਰੱਬ ਦੇ ਪਿਆਰਿਆਂ ਦੀਆਂ, ਭਗਤਾਂ ਦੀਆਂ ਕਥਾ ਕਹਾਣੀਆਂ ਹੋਣ। ਉੱਥੇ ਸਤ ਸੰਗਤ ਵਿੱਚ ਚਲਿਆ ਜਾਵੇ, ਉੱਥੇ ਉਹਦਾ ਪਤਾ ਲੱਗ ਜਾਵੇਗਾ ਇਹ ਕਰਮਾਂ ਤੋਂ ਹੀਣਾ ਹੈ ਕਿ ਕਰਮਾਂ ਤੋਂ ਬੁਲੰਦ ਹੈ, ਇਹਦੇ ਚੰਗੇ ਕਰਮ ਨੇ। ਉਹ ਫਿਰ ਇੱਕ ਬਚਨ ਸੁਣਾਇਆ ਕਰਦੇ ਸੀ, ਕਈ ਵਾਰੀ ਕਰਮਾਂ ਤੋਂ ਹੀਣਾ ਖੇਤੀ ਕਰਨ ਲੱਗ ਜਾਂਦਾ ਅਤੇ ਉਹਨੂੰ ਜਾਂ ਮੀਂਹ ਪੈ ਕੇ ਫਸਲ ਖਰਾਬ ਹੋ ਜਾਂਦੀ ਹੈ, ਜਾਂ ਐਣ ਪੈ ਜਾਂਦੀ ਹੈ।
ਕਈ ਵਾਰੀ ਮਨੁੱਖ ਹੱਟੀ ਕਰਦਾ ਹੈ, ਜਿਹਦੇ ਕਰਮ ਮਾੜੇ ਹੁੰਦੇ ਹੱਟੀ ਵੀ ਘਾਟਾ ਦਿਖਾਲ ਜਾਂਦੀ ਹੈ। ਕਈ ਵਾਰੀ ਆਧਾਰ ਚੜ੍ਹ ਜਾਂਦਾ, ਕਈ ਵਾਰੀ ਘਾਟਾ ਪੈ ਜਾਂਦਾ। ਕਰਮਾਂ ਤੋਂ ਹੀਣਾ ਜੇ ਸੱਦੇ ਪੁੱਤਰ ਤੇ ਕਿਤੇ ਸਤ ਸੰਗਤ ਵਿੱਚ ਜਾਣਾ ਹੀ ਪੈ ਜਾਵੇ, ਉਹਦੀਆਂ ਦੋ ਨਿਸ਼ਾਨੀਆਂ ਦੱਸੀਆਂ ਨੇ। ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਕਰਮਹੀਣ ਜੇ ਖੇਤੀ ਕਰੇ, ਮੀਂਹ ਪਵੇ ਜਾਂ ਓਲੇ ਗਿਰੇ। ਕਰਮਹੀਣ ਜੇ ਹੱਟੀ ਕਰੇ, ਘਾਟਾ ਪਵੇ ਜਾਂ ਉਧਾਰ ਚੜ੍ਹੇ। ਕਰਮਹੀਣ ਸਤ ਸੰਗਤ ਕਰੇ, ਜਾਂ ਸੌਵੇਂ ਜਾਂ ਗੱਲਾਂ ਕਰੇ। ਸੋ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਭਾਵੇਂ ਸਾਡੇ ਸਿੱਖ ਕੌਮ ਨੂੰ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮੰਨਣ ਵਾਲੇ ਗੁਰਸਿੱਖ, ਉਹਨਾਂ ਦੇ ਮਨ ਦਾ ਵਿਸ਼ਵਾਸ ਹੈ ਕਿ ਅਗਰ ਕੋਈ ਵੀ ਸਿੱਖ ਦਾ ਕਾਰਜ ਹੈ, ਭਾਵੇਂ ਖੁਸ਼ੀ ਦਾ ਹੈ, ਭਾਵੇਂ ਕੋਈ ਬਰਾਗ ਦਾ ਹੈ, ਭਾਵੇਂ ਕੋਈ ਕਿਸੇ ਸਮੇਂ 'ਤੇ ਵੈਸੇ ਹੀ ਗੁਰੂ ਸਾਹਿਬਾਂ ਨੂੰ ਖੁਸ਼ੀ ਮੁਤਾਬਕ ਲਿਆਂਦਾ ਜਾਵੇ, ਸਿੱਖ ਦੇ ਮਨ ਦੀ ਭਾਵਨਾ ਹੈ, ਗੁਰੂ ਅੱਗੇ ਅਰਦਾਸ ਕੀਤੀ, ਮੇਰੀ ਪ੍ਰਵਾਨ ਹੋ ਜਾਣੀ ਹੈ। ਜਿਹੜਾ ਮੈਂ ਕਾਰਜ ਕਰਨ ਲੱਗਿਆ, ਇਹ ਗੁਰੂ ਨੇ ਸੁਣ ਲਈ ਬੇਨਤੀ, ਉਹਦੇ ਵਿੱਚ ਕੋਈ ਵਿਘਨ ਨਹੀਂ ਪਵੇਗਾ। ਹਰੇਕ ਗੁਰਸਿੱਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਲਯੁਗ ਦੇ ਅਵਤਾਰ, ਉਹਨਾਂ ਨੂੰ ਮੰਨਣ ਵਾਲੇ ਗੁਰਸਿੱਖਾਂ ਦਾ ਵਿਸ਼ਵਾਸ ਹੈ। ਤਕਰੀਬਨ ਸਿੱਖ ਕੌਮ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਗੁਰਮੁਖ ਪਿਆਰੇ ਬੈਠੇ ਨੇ, ਉੱਥੇ ਉੱਥੇ ਉਹਨਾਂ ਦਾ ਇਹ ਤਕਰੀਬਨ, ਭਾਵੇਂ ਅੱਜ ਵੱਡੀ ਘਾਟ ਹੈ ਧਰਮ ਦੇ ਅੰਦਰ, ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ ਗੁਰਮੁਖਾਂ ਦੀ ਘਾਟ ਹੈ, ਪਰ ਫਿਰ ਵੀ ਚਲੋ ਗੁਰਸਿੱਖਾਂ ਦਾ ਵਿਸ਼ਵਾਸ ਹੈ, ਬਾਣੀ ਪੜ੍ਹਨੀ, ਸਹਿਜ ਪਾਠ ਜਾਂ ਅਖੰਡ ਪਾਠ ਕਰਕੇ, ਹੋਰ ਪਰਿਵਾਰਕ ਸੰਬੰਧੀਆਂ ਨੂੰ, ਨਗਰ ਨਿਵਾਸੀਆਂ ਨੂੰ ਸੱਦ ਕੇ ਸਤ ਸੰਗਤ ਕਰਕੇ ਔਰ ਸੰਗਤ ਦੀ ਸੇਵਾ ਕਰਕੇ ਲਾਭ ਪ੍ਰਾਪਤ ਕਰਨਾ, ਇਹ ਗੁਰੂ ਨਾਨਕ ਦੇ ਗੁਰਸਿੱਖਾਂ ਦਾ ਜੀਵਨ ਹੈ। ਸੋ ਭਾਵੇਂ ਸ਼ਾਦੀ ਦੇ ਸਮਾਗਮ 'ਤੇ ਆਪਾਂ ਇਕੱਠੇ ਹੋਏ ਹਾਂ, ਦੋ ਪੱਖ ਨੇ ਸੰਸਾਰ ਦੇ ਅੰਦਰ, ਇੱਕ ਧਾਰਮਿਕ ਪੱਖ ਹੈ, ਇੱਕ ਸਮਾਜਿਕ ਪੱਖ ਹੈ। ਸਮਾਜਿਕ ਪੱਖ ਦੀ ਵਿੱਦਿਆ ਜਿਹੜੀ ਹੈ, ਉਹ ਸਕੂਲ ਨੇ, ਯੂਨੀਵਰਸਿਟੀਆਂ ਨੇ, ਛੋਟੇ ਬੱਚੇ ਨੂੰ ਮਾਤਾ ਪਿਤਾ ਦੇ ਦਿੰਦੇ ਆ, ਔਰ ਜੇ ਥੋੜ੍ਹਾ ਵੱਡਾ ਹੁੰਦਾ ਉਹਨੂੰ ਫਿਰ ਸਕੂਲ ਪੜ੍ਹਨੇ ਪਾ ਦਿੱਤਾ ਜਾਂਦਾ, ਉੱਥੇ ਜਰਨਲ ਨੌਲੇਜ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਔਰ ਸਮਾਜ ਵਿੱਚ ਪੜ੍ਹਾਈ ਕਰਕੇ ਉਹ ਆਪਣੀ ਰੋਟੀ ਕਮਾਉਣ, ਕਿਰਤ ਰੋਜੀ ਰੋਟੀ ਕਮਾਉਣ ਦੇ ਕਾਬਿਲ ਹੋ ਜਾਂਦਾ। ਪਰ ਇਹ ਪੱਖ ਹਰੇਕ ਪੁਰਖ ਜਦ ਤੋਂ ਬੱਚਾ ਜਨਮ ਲੈਂਦਾ, ਉਹਦੀ ਮਾਤਾ ਪਿਤਾ ਦੀ ਵੀ ਡਿਊਟੀ ਹੈ ਅਤੇ ਬੱਚੇ ਦੀ ਡਿਊਟੀ ਵੀ ਹੈ। ਇਹ ਹੈ ਇੱਕ ਸਮਾਜਿਕ ਪੱਖ। ਕਈ ਸਮਾਜਿਕ ਪੱਖ ਤੋਂ ਵੀ ਅਧੂਰੇ ਰਹਿ ਜਾਂਦੇ ਆ, ਉਹ ਇਹ ਕੰਮ ਸਿਰੇ ਨਹੀਂ ਚੜ੍ਹਦਾ ਉਹਨਾਂ ਦਾ, ਕਈਆਂ ਨੂੰ ਕਾਰੋਬਾਰ ਨਹੀਂ ਮਿਲਦੇ। ਦੂਸਰੇ ਪਾਸੇ ਇੱਕ ਧਾਰਮਿਕ ਪੱਖ ਹੈ। ਧਾਰਮਿਕ ਪੱਖ ਦੀ ਵਿੱਦਿਆ ਵੀ ਮਾਤਾ ਪਿਤਾ ਦੇ ਦਿੰਦੇ ਆ, ਜੇ ਮਾਤਾ ਪਿਤਾ ਧਾਰਮਿਕ ਹੈ ਤਾਂ ਉਹ ਵੀ ਬੱਚੇ ਨੂੰ ਧਾਰਮਿਕ ਵਿੱਦਿਆ ਦੇ ਦਿੰਦੇ ਆ। ਪਰ ਧਾਰਮਿਕ ਵਿੱਦਿਆ ਉਹਨਾਂ ਪੁਰਖਾਂ ਤੋਂ ਪ੍ਰਾਪਤ ਹੁੰਦੀ ਹੈ ਜਿਹੜੇ ਧਾਰਮਿਕ ਵਿੱਦਿਆ ਦੇ ਪ੍ਰਵੀਨ ਹੁੰਦੇ, ਧਾਰਮਿਕ ਵਿੱਦਿਆ ਦੇ ਜਾਣੂ ਹੁੰਦੇ, ਜਿਹੜੇ ਗੁਰੂ ਨੇ ਗੱਲਾਂ ਦੱਸੀਆਂ ਨੇ, ਉਹਨਾਂ ਪੁਰਖਾਂ ਵਿੱਚ ਉਹ ਗੱਲਾਂ ਮਿਲ ਜਾਣ। ਜਿਹੜੇ ਧਾਰਮਿਕ, ਕੋਈ ਬਾਣਾ ਪਾ ਲੈਣਾ ਕੋਈ ਵੱਡੀ ਗੱਲ ਨਹੀਂ, ਬਾਣਾ ਤਾਂ ਕੋਈ ਵੀ ਪਾ ਸਕਦਾ ਹੈ। ਸਾਧੂ ਵਾਲਾ ਬਾਣਾ ਕੋਈ ਚੋਰ ਵੀ ਪਾ ਲਵੇ, ਸਾਧੂ ਨਹੀਂ ਬਣ ਜਾਂਦਾ। ਪੁਲਿਸ ਦੀ ਵਰਦੀ ਕੋਈ ਚੋਰ ਪਾ ਲਵੇ, ਪੁਲਿਸ ਵਾਲਾ ਨਹੀਂ ਬਣ ਜਾਂਦਾ। ਬੀਬੀ ਬੱਚੇ ਨੂੰ ਫੜ ਲਓ, ਅਸੀਂ ਜਿੰਨਾ ਕੁ ਸਮਾਂ ਤੁਸੀਂ ਬੈਠੋਗੇ ਉਹਨਾਂ ਚਿਰ ਅਸੀਂ ਲਾਉਣਾ, ਮੈਂ ਫਤਿਹ ਬੁਲਾ ਦੇਣੀ ਆ। ਇਹ ਰੌਲਾ ਪਾਉਣ ਦਾ ਸਮਾਗਮ ਨਹੀਂ ਹੈ, ਫਿਰ ਅਸੀਂ ਕੀਰਤਨੀਆਂ ਲੱਗ ਜਾਣਗੇ, ਅਸੀਂ ਵੀ ਹਟ ਜਾਣਾ। ਇਹ ਬੱਚਿਆਂ ਨੂੰ ਸਾਂਭ ਲਓ, ਨਹੀਂ ਤਾਂ ਬਾਹਰ ਲੈ ਜਾਓ। ਧਾਰਮਿਕ ਪੱਖ ਦੇ ਅੰਦਰ ਵੇਦਾਂ ਨੇ, ਸ਼ਾਸਤਰਾਂ ਨੇ, ਗੁਰਬਾਣੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕੁਛ ਗੁਣ ਦੱਸੇ ਨੇ ਪੁਰਖਾਂ ਦੇ ਅੰਦਰ, ਜਿਨ੍ਹਾਂ ਦੇ ਅੰਦਰ ਗੁਣ ਹੋਣ ਉਹ ਧਾਰਮਿਕ ਪੱਖ ਵਿੱਚ ਗਿਣੇ ਜਾਂਦੇ ਆ, ਔਰ ਉਹਨਾਂ ਦੀ ਪੂਜਾ ਵੀ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 16 ਗੁਣ ਦੱਸੇ ਆ। ਵੈਸੇ ਤਾਂ ਹੋਰ ਵੀ ਗੁਣ, ਥੋੜ੍ਹੇ ਗੁਣ ਵੀ ਐਸੇ ਨੇ
उन्ने भी हुण तां भी मनुख प्रवीण गिणिया जांदा। मिसाल के तौर पर नगर में कोई मनुख होवे, दुश्मन मित्र बराबर होवे, खुशी गमी बराबर होवे, उन्होंने भी मुक्त पुरुषों में गुरु तेग बहादुर साहब जी ने लिखिया है, हरख सोग जाके नहीं बैरी मीत समान। ये गल बहुत औखी लभूगी दुनिया के अंदर। आपां जिन्ने भी बैठे हो, तुसी बैठे हो, तुसी सारे किसी ना किसी नूं जरूर मनते होवोगे। यह गल सब तो औखी है, दुश्मन मित्र बराबर दिसना, तो दुश्मन मित्र बराबर तो खुशी गमी बराबर। वो धार्मिक अवस्था में प्रवीण पुरख गिणे गए हैं। उन्हां पुरखों की संगत नाल धार्मिक विद्या प्राप्त हो जाती है। जे तो समाजिक पक्ष है, 4 आश्रम मन्ने ने विद्वानां ने, उन्हां विचों कोई भी आश्रम मनुख प्रवान कर सकता, किसी को भी अधिकार है, वो इन्हां विचों जिहड़ा भी मर्जी किसी मर्जी आश्रम में जा सकता है। शास्त्रां में 100 साल की उम्र लिखी है कलयुग के अंदर। पहला आश्रम है ब्रह्मचार्य, 25 साल तक बच्चा ब्रह्मचार्य में रहिंदा। कई बार लड़के वालियां नूं लड़की नहीं मिलती तो लड़की वालियां नूं लड़का नहीं मिलता। वैसे 25 साल गिने हैं। 25 साल तक बाल ब्रह्मचार्य, 25 साल तो 50 साल, 25 तक वो तो बाद गृहस्थ आश्रम। गृहस्थ है संसार की मर्यादा रखनी, जो गृहस्थी संसार में गृहस्थी नूं की कानून ने, की करना चाहिए की नहीं करना चाहिए। ये जे तो धार्मिक विद्या के अनुसार मनुख तुरे तो वो गृहस्थी भी ठीक है। उस तो अगे गृहस्थ तो अगे 50 साल तक तकरीबन गृहस्थी के बच्चे हो जाते हैं। 50 साल की उम्र तक जे 25 च ब्याह हो जाए तो बच्चों की शादियां भी हो जांदियां। विद्वानां ने उहदे अनुसार फिर 25 तो 75 साल तक बानप्रस्थ लिखिया। बानप्रस्थ का मतलब है हौली हौली गृहस्थ विचों पैर नूं बाहर कढ़ना शुरू कर देना। बान वैसे जंगलों नूं कहिंदे आ। जंगलों में साधु महात्मा हुंदे सी। संसारी लोग अपने भले वास्ते परिवार के विचों हौली हौली निकल के साधु महात्मा को जाके शिक्षा प्राप्त करते सी। जिहड़ा रहिंदा समा सी उसनूं महात्मा लोगों के चरणों में रह के बतीत करन दा समा गुजारते सी। 25 तो 75 तक बानप्रस्थ, चंगे साधु महात्मा की संगत कर लैनी। 2-4 महीने साधु महात्मा को रह लेना, 2-4 महीने घर नूं आ जाना। कुछ नाता घरदियां नाल रखना तो कुछ महात्मा लोगों नाल रखना। जदों अद्धा क मनुख बाहर निकल जाए गृहस्थ विचों तो वह अद्धा मोह तो वैसे ही टुट जाता। कुछ संसार नाल भी रखना तो कुछ महात्मा लोगों नाल भी रखना, धार्मिक पक्ष नाल भी रखना। 75 साल तक बानप्रस्थ की जिहड़ी अवस्था पूरी हो जाती है। वो तो 75 तो 100 साल तक संन्यास दस्सिया शास्त्रां ने। संन्यास हुंदा बिल्कुल गृहस्थ दे विचों निकल जाना, ਉਹਦੇ ਵਿੱਚ लेप नहीं होना। जे माया ममता तजी सब ते पए उदास, कहो नानक सुन रे मना ते घट ब्रह्म निवास। ब्रह्म नूं अपने अंदर जगह देनी, बाकी होर संसारक गल्लां अंदरों कढ़ देणियां। ਧੀਆਂ पुत्र भैणां भरा आम तौर पर पंछी भी जदों बच्चा उड़न लग जाए वह खेड़ा छड्ड दिंदे आ। जिहड़े पशु है वह भी जदों बच्चा तकड़ा हो जाता वो भी वह खेड़ा छड्ड जाते हैं। पर मनुख का एक ऐसा सुभाव है, ये जिद्दां जिद्दां उम्र वडेरी हुंदी है ज़्यादा खुभदा चले जाता। इहनूं कहंदे ग्रस्त, ग्रसिया होया, खुभ्या होया। दलदल एक तुसीं देखी होनी, शायद बहुतिਆਂ ने ना भी देखी होवे, जिथे तकरीबन समुद्रां दे दरियावां दे कंढिਆਂ ते दलदल हुंदी है। जदों एक थैं तो पैर मारीए तो आले दुआले 15-15 फुट तक वो धरती हिलदी हुंदी है। वो थल्लियों दलदल हुंदी है, ਉਹਦੇ ਵਿੱਚ ਖੁੱਭਿਆ ਹੋਇਆ मनुख कदी निकल नहीं सकता। ਉਹਦੇ ਵਿੱਚ ਜੇ ਖੁੱਭ ਜਾਵੇ मनुख किते, जिन्ना जोर निकलने नूं लाऊगा उन्ना थल्ले नूं जावेगा, बाहर नहीं निकलेगा।
ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ, ਤਿਥ ਸਰਵਰੜੇ ਪਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੁੱਬੀਲੇ। ਉਹਦੇ ਵਿੱਚ ਡੁੱਬਦੇ ਦੇਖੇ ਹੈ, ਦਲਦਲ ਦੇ ਵਿੱਚ ਖੁੱਭਿਆ ਹੋਇਆ ਮਨੁੱਖ ਕਦੀ ਬਾਹਰ ਨਹੀਂ ਨਿਕਲ ਸਕਦਾ। ਤਾਂ ਮਹਾਤਮਾ ਸਾਡੇ ਮਹਾਂਪੁਰਸ਼ ਹੁੰਦੇ ਸੀ, ਉਹਨਾਂ ਨੇ ਗੱਲ ਕਹਿਣੀ, ਭਾਈ ਦਲਦਲ ਵਿੱਚ ਖੁੱਭ ਜਾਵੇ, ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਬਾਹਰ ਨਿਕਲ ਜਾਵੇ। ਉਹਨਾਂ ਨੇ ਪੁੱਛਿਆ ਜੀ ਫਿਰ ਬਾਹਰ ਕਿੱਦਾਂ ਨਿਕਲੇ? ਉਹ ਕਹਿੰਦੇ ਬਾਹਰ ਨਿਕਲਣਾ ਹੋਵੇ ਜ਼ੋਰ ਨਾ ਲਾਵੇ, ਫਿਰ ਆਪਣਾ ਜ਼ੋਰ ਲਾਉਣਾ ਛੱਡ ਦੇਵੇ। ਦਲਦਲ ਦੇ ਵਿੱਚ ਲੰਮਾ ਪਿਆ ਮਨੁੱਖ ਨਹੀਂ ਕਦੀ ਖੁੱਭਦਾ, ਖੜਾ ਮਨੁੱਖ ਖੁੱਭ ਜਾਂਦਾ, ਢਿੱਡ ਪਾਰ ਲੰਮਾ ਪੈ ਜਾਵੇ। ਫਿਰ ਕਹਿੰਦੇ ਬਾਹਰ ਜਿਹੜਾ ਸੁੱਕੇ ਥਾਂ ਖੜਾ ਬੰਦਾ ਉਹਨੂੰ ਆਵਾਜ਼ ਮਾਰੇ, ਉਹ ਮਨੁੱਖ ਇਹਨੂੰ ਕੱਢ ਕੇ ਲੈ ਜਾਵੇ ਤਾਂ ਲੈ ਜਾਵੇ, ਨਹੀਂ ਤਾਂ ਇਹ ਨਹੀਂ ਨਿਕਲ ਸਕਦਾ। ਇਹ ਹੈ ਇੱਕ ਧਾਰਮਿਕ ਪੱਖ, ਸੰਸਾਰ ਵਿੱਚੋਂ ਨਿਕਲਣਾ ਵੀ ਅਤੇ ਰਹਿਣਾ ਵੀ। ਇਹ ਦੋ ਹੀ ਪੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਸਾਏ ਨੇ। ਹੈ ਤਾਂ ਪਿਛਲਿਆਂ ਵੇਦਾਂ ਵਿੱਚ ਵੀ ਦਰਸਾਏ ਸਨ। ਸਮੇਂ ਮੁਤਾਬਕ ਜਿਨ੍ਹਾਂ ਅਵਤਾਰਾਂ ਦੀ ਡਿਊਟੀ ਆਈ, ਉਹਨਾਂ ਨੇ ਆਪਣੇ ਸਮੇਂ ਮੁਤਾਬਕ ਜੋ ਉਹਨਾਂ ਦੇ ਅੰਦਰ ਤੱਤ ਗਿਆਨ ਸੀ, ਉਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਵੰਡਿਆ। ਸਭ ਤੋਂ ਬਾਅਦ ਵਿੱਚ ਹੋਂਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਏ ਨੇ। ਇਹ ਨਹੀਂ ਕਿ ਵੇਦਾਂ ਦੀ ਨਰਾਦਰੀ ਕੀਤੀ ਹੈ, ਇਹ ਨਹੀਂ ਹੈ ਕਿ ਵੇਦਾਂ ਨੂੰ ਮਾੜਾ ਕਿਹਾ, ਵੇਦਾਂ ਨੂੰ ਮਾੜਾ ਨਹੀਂ ਕਿਹਾ, ਵੇਦਾਂ ਨੂੰ ਵੀ ਸਤਿਕਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਪਰ ਸਮੇਂ ਮੁਤਾਬਕ ਜਿਸ ਭਾਵੇਂ ਪੰਜਾਬੀ ਬੋਲੀ ਵਿੱਚ ਬਾਣੀ ਹੈ, ਪਰ ਇਹਦੀ ਸਮਝ ਤਾਂ ਹਰੇਕ ਬੰਦੇ ਨੂੰ ਜਾਂ ਪੜ੍ਹਨੀ ਜਾਂ ਸਮਝਣੀ ਬੜੀ ਔਖੀ ਗੱਲ ਹੈ। ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਤਾਂ ਬਾਣੀ ਨਹੀਂ ਸ਼ੁੱਧ ਹੁੰਦੀ। ਲਗਾ ਮਾਤਰਾ ਅਧਿਕ ਬਿੰਦੀ ਕਿੱਥੇ ਲੱਗਣੀ ਆ, ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਪਤਾ ਨਹੀਂ ਲੱਗਦਾ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ, ਜੋ ਸਹਿਜ ਪਾਠ ਜਾਂ ਅਖੰਡ ਪਾਠ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮੰਨਣ ਵਾਲੇ ਕਰਵਾਉਂਦੇ ਆ, ਉਹਦੇ ਤੋਂ ਬਾਅਦ ਇੱਕ ਹੁਕਮਨਾਮਾ ਹੁਕਮ ਹੁੰਦਾ ਹੈ। ਜਿਸ ਤਰ੍ਹਾਂ ਕੋਈ 6 ਮਹੀਨੇ ਕੇਸ ਲੜਦਾ ਹੈ, ਕੋਈ ਸਾਲ ਲੜਦਾ, ਉਹਦੇ ਵਿੱਚ ਇੱਕ ਹੁਕਮ ਦੀ ਤਰੀਕ ਹੁੰਦੀ ਆ। ਉਹਦੇ ਵਿੱਚ ਕਈ ਵਾਰੀ ਜ਼ਰੂਰੀ ਨਹੀਂ ਕਿ ਮਨੁੱਖ ਬਰੀ ਹੋ ਜਾਵੇ, ਕਈ ਵਾਰੀ ਮਨੁੱਖ ਨੂੰ ਸਜ਼ਾ ਦਾ ਮੂੰਹ ਵੀ ਦੇਖਣਾ ਪੈਂਦਾ। ਇਸ ਕਰਕੇ ਹੁਕਮਨਾਮਿਆਂ ਦਾ ਬਹੁਤ ਵੱਡਾ ਅਰਥ ਹੈ ਕਿ ਜਿੰਨੀ ਬਾਣੀ ਜਿੰਨੇ ਦਿਨ ਵੀ ਲੱਗੇ ਆ, ਉਹਨਾਂ ਤੋਂ ਆਖਰੀ ਇੱਕ ਫੈਸਲਾ ਹੈ। ਜਿਨ੍ਹਾਂ ਦਾ ਵਿਸ਼ਵਾਸ ਹੈ ਉਹ ਤਾਂ ਇਸ ਗੱਲ ਨੂੰ ਜਾਣਦੇ ਆ, ਜਿਨ੍ਹਾਂ ਨੂੰ ਬਹੁਤੇ ਇਸ ਗੱਲ ਨੂੰ ਜਾਣਦੇ ਹੀ ਨਹੀਂ ਹੈ। ਆਮ ਲੋਕਾਂ ਨੂੰ ਬਹੁਤ ਆਤ ਉਹਨਾਂ ਦੀ ਹੈ ਜਿਨ੍ਹਾਂ ਨੂੰ ਹੁਕਮਨਾਮੇ ਬਾਰੇ ਕੋਈ ਗਿਆਨ ਨਹੀਂ ਹੈ। ਉਹਦੀ ਵਿਚਾਰ ਜਿੰਨੀ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ, ਉਸ ਮਤ ਬੁੱਧੀ ਦੇ ਅਨੁਸਾਰ ਵਿਚਾਰ ਕਰਨੀ ਹੈ। ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਸਭ ਤੋਂ ਇੱਕ ਉੱਤਮ ਕਰਮ ਹੈ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਦੁਨੀਆ ਧਨੀ ਗਿਣਦੀ ਆ ਜਿਹਦੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਨੀ ਉਹਨੂੰ ਗਿਣਦੇ ਆ ਜਿਹਦੇ ਅੰਦਰ ਗੁਰੂ ਦੀ ਵਿਚਾਰ ਟਿਕਦੀ ਹੋਵੇ, ਗੁਰੂ ਦੀ ਵਿਚਾਰ ਸੁਣਨ ਦਾ ਇੱਛਾਵਾਨ ਹੋਵੇ, ਗੁਰੂ ਦੇ ਦਰਸ਼ਨਾਂ ਦੀ ਇੱਛਾ ਹੋਵੇ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਜਾਂ ਤਾਂ ਨਾਮ ਜਪਣ ਵਾਲਿਆਂ ਦਾ ਮੱਥਾ ਉਜਲ ਹੋਇਆ ਦਰਗਾਹ ਦੇ ਮੰਦਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਾਂ ਤਾਂ ਉਹਨਾਂ ਦੇ ਮੁਖ ਉਜਲੇ ਹੋਏ ਆ, ਜਾਂ ਫਿਰ ਜਿਨ੍ਹਾਂ ਨੇ ਕਥਾ ਗੁਰੂ ਦੀ ਵਿਚਾਰ ਪਿਆਰ ਨਾਲ ਸੁਣੀ ਆ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ। ਕਹਿੰਦੇ ਐਸਾ ਕਰਮ ਕਰੋ ਭਾਈ, ਪਰਮੇਸ਼ਰ ਦੀ ਗੱਲ ਸੁਣੋ, ਉਹਦੀ ਕਥਾ ਸੁਣੋ, ਇਹ ਤੁਹਾਡਾ ਵੀ ਦਰਗਾਹ ਵਿੱਚ ਮੁਖ ਉਜਲਾ ਹੋਵੇਗਾ। ਪਰਮੇਸ਼ਰ ਨਿਰੰਕਾਰ ਦੀਆਂ ਸਿਫਤਾਂ ਸੁਣਨੀਆਂ, ਉਹਦੀਆਂ ਕਰਨੀਆਂ, ਇਹਨੂੰ ਰਾਮ ਦੇ ਨਾਮ ਦੀ ਵਿਚਾਰ ਕਹਿੰਦੇ ਆ। ਸੋ ਜਿੰਨਾ ਵੀ ਸਮਾਂ ਪ੍ਰਾਪਤ ਹੋ ਜਾਵੇ ਜੀਵਨ ਦੇ ਸਵਾਸਾਂ ਦਾ, ਉਹਨੇ ਸਵਾਸ ਸਫਲੇ ਗਿਣੇ ਜਾਂਦੇ ਆ। 24,000 ਸਵਾਸ ਵਿਦਵਾਨਾਂ ਨੇ ਮੰਨਿਆ ਦਿਨ ਰਾਤ ਅੰਦਰ। ਪਰ ਦਾਸ ਦਾ ਵਿਚਾਰ ਤਾਂ ਇਹ ਹੈ ਕਿ ਜ਼ਿਆਦਾ ਵੀ ਖਰਚ ਕਰ ਜਾਂਦੇ ਆ। 24,000 ਤਾਂ ਜੇ ਮਹਾਤਮਾ ਲੋਕਾਂ ਦੇ ਦੱਸੇ ਮੁਤਾਬਕ ਸੌਣਾ, ਦੱਸੇ ਮੁਤਾਬਕ ਉੱਠਣਾ, ਦੱਸੇ ਮੁਤਾਬਕ ਸੰਸਾਰਕ ਕਾਰਜ ਕਰਨੇ ਤਾਂ 24,000 ਹੈ।
जे सुत्ते ज़्यादा रहना तो 24,000 तो ज़्यादा नुकसान हो जाता, खर्चा ज़्यादा हो जाता। सवासां के अनुसार जिंदगी है, जिन्ना लम्मा पऊगा बंदा सवास घट जाते, उम्र घट जाती है। जिन्ना बैठा रहिंदा उम्र वध जाती है। जिन्ने समय दे अनुसार तुसी बैठ के गिणो, जिन्ने समय विच बैठ के मनुख नूं 12 सवास आउंदे आ, खड़ा हो जाए उन्ने टाइम च वो सवास 18 हो जाते हैं। मशीनरी है, जिदा ट्रैक्टर नूं तेज़ दौड़ाने आ, तेल ज़्यादा खांदा, जे हौली ले जाते तेल थोड़ा खांदा। जब मनुख उठ के खड़ा हो जाए तो उन्ने टाइम विच ही ये सवास 18 हो जाते हैं। अगर मनुख लम्मा पै जाए उन्ने ही सवास उन्ने टाइम दे विच 32 हो जाते हैं। इन्ना सवासां दा खर्चा है। 24,000 का खर्चा सारिਆਂ ਦਾ नहीं है। 24,000 तो ਉਹਦਾ ਸਵਾਸ ਦਾ ਖਰਚਾ ਹੈ ਜਿਹਦੇ ਦੱਸੇ ਮੁਤਾਬਕ, ਸ਼ਾਸਤਰਾਂ ਮੁਤਾਬਕ ਉੱਠਦਾ ਸੌਂਦਾ ਕਾਰਜ ਸੰਸਾਰਿਕ ਕਰਦਾ ਹੈ। ਉਹਦੇ ਵਿੱਚੋਂ ਜਿੰਨੇ ਵੀ ਸਵਾਸ ਮਿਲੇ ਆ ਉਹਨਾਂ ਸਵਾਸਾਂ ਨੂੰ ਸਫਲਾ ਕਰ ਲਈਏ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ ਇੱਕ ਬਚਨ ਕਰਿਆ ਕਰਦੇ ਹੁੰਦੇ ਸਨ, ਭਾਈ ਜਿਹੜਾ ਸਵਾਸ ਗੁਰੂ ਦੀ ਬਾਣੀ ਸੁਣਦਿਆਂ ਬਤੀਤ ਹੋ ਜਾਵੇ, ਜਿਹੜਾ ਸਵਾਸ ਗੁਰੂ ਦਾ ਜਸ ਕਰਦਿਆਂ ਬਤੀਤ ਹੋ ਜਾਵੇ, ਉਹ ਸਵਾਸ ਜਿੱਦਾਂ ਇੱਕ ਛੋਟਾ ਜਿਹਾ ਬੱਚਾ ਗੋਲਕ ਵਿੱਚ ਪੈਸੇ ਪਾ ਦਿੰਦਾ, ਜਮ੍ਹਾਂ ਹੋ ਜਾਂਦੇ ਆ। ਜਿਹੜਾ ਸਵਾਸ ਸੰਸਾਰਕ ਗੱਲਾਂ, ਭਾਵੇਂ ਸੰਸਾਰਕ ਕਾਰਜ ਕਰਨੇ ਜ਼ਰੂਰੀ ਨੇ, ਸੰਸਾਰਕ ਗੱਲਾਂ ਕਰਦਿਆਂ ਬਤੀਤ ਹੁੰਦਾ ਹੈ, ਸੰਸਾਰਕ ਕੰਮ ਕਾਜ ਕਰਦਿਆਂ ਬਤੀਤ ਹੁੰਦਾ ਹੈ, ਉਹ ਸਵਾਸ ਬਿਰਥੇ ਜਾਂਦੇ ਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਸਵਾਸ ਕਿਤੇ ਅਰਥ ਨਹੀਂ ਆਉਂਦੇ। ਇਸ ਕਰਕੇ ਇਹਨਾਂ ਸਵਾਸਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਕੇ ਕੀਮਤੀ ਬਣਾਉਣਾ। ਸਵਾਸ ਬਿਰਥੇ ਨਹੀਂ ਗਵਾਉਣੇ। ਕੀਮਤੀ ਚੀਜ਼ ਜਿਹੜੀ ਮਿਲ ਜਾਵੇ, ਮਹਿੰਗੇ ਭਾਅ ਵੇਚ ਲਵੇ, ਉਹ ਮਨੁੱਖ ਨੂੰ ਸਿਆਣਾ ਪੁਰਖ ਗਿਣਦੇ ਆ। ਜਿਹੜਾ ਮਨੁੱਖ ਕੀਮਤੀ ਮਹਿੰਗੀ ਜ਼ਮੀਨ ਨੂੰ ਸਸਤੀ ਵੇਚ ਦੇਵੇ, ਉਹਨੂੰ ਆਮ ਲੋਕ ਕਹਿੰਦੇ ਮੂਰਖ ਹੈ, ਇਹਨੂੰ ਅਕਲ ਹੈ ਨਹੀਂ। ਤਾਂ ਇਹ ਜੀਵਨ ਦੇ ਸਵਾਸ ਮਿਲੇ ਨੇ, ਕੀਮਤੀ ਨੇ। ਇਹਨਾਂ ਨੂੰ ਸਿਆਣੇ ਪੁਰਖ ਦੱਸਿਆ ਜਿਹੜੇ ਇਹਨਾਂ ਨੂੰ ਸੰਭਾਲ ਕਰਦੇ ਆ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਇੱਕ ਸਿਆਣਾ ਹੁੰਦਾ, ਇੱਕ ਸੁਗੜ ਹੁੰਦਾ। ਸੁਗੜ ਹੁੰਦਾ ਅਵਸਥਾ ਨੇ ਇਹ ਸਿਆਣਪ ਦੀਆਂ, ਗੁੱਡ ਬੈਟਰ ਬੈਸਟ। ਇੱਕ ਸਿਆਣਾ ਹੈ, ਉਹਤੇ ਵੀ ਉੱਤੇ ਸੁਗੜ ਸਿਆਣਾ ਹੈ, ਬਹੁਤ ਜ਼ਿਆਦਾ ਸਿਆਣਾ ਹੈ। ਜਿਹੜਾ ਧਾਰਮਿਕ ਪੱਖ ਨਾਲ ਆਪਣਾ ਨਾਤਾ ਜੋੜ ਕੇ ਰੱਖਦਾ, ਉਹ ਸਭ ਤੋਂ ਸਿਆਣਾ ਪੁਰਖ ਉਹ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਦੇ ਧਨਾਸਰੀ ਰਾਗ ਦੇ ਅੰਦਰ ਜੋ ਹੁਕਮਨਾਮੇ ਬਖਸ਼ਿਸ਼ ਕੀਤੇ ਆ, ਥੋੜ੍ਹੇ ਸਮੇਂ ਵਾਸਤੇ ਵਿਚਾਰ ਸਰਵਣ ਕਰਨੀ ਹੈ। ਧਨਾਸਰੀ ਮਹੱਲਾ ਪੰਜਵਾਂ। ਚਤੁਰ ਦਿਸ਼ਾ ਕੀਨੋ ਬਲ ਆਪਣਾ। ਚਤੁਰ ਦਿਸ਼ਾ ਦਾ ਮਤਲਬ ਹੈ ਚਾਰ ਦਿਸ਼ਾ, ਸਾਰੀਆਂ ਹੀ ਦਿਸ਼ਾ। ਵੈਸੇ ਦਿਸ਼ਾ 10 ਗਿਣੀਆਂ ਨੇ, 4 ਕੁੰਟ ਲਿਖੇ ਆ। 4 ਕੁੰਟ ਦਾ ਦਿਸ ਭ੍ਰਮਿਓ 10 ਦਿਸ਼ਾ ਦਸੀਆਂ ਨੇ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਪੰਚਮ ਪਾਤਸ਼ਾਹ ਜੀ ਮਹਾਰਾਜ ਦਾ ਬਚਨ ਹੈ। ਮਹਾਰਾਜ ਇਹ ਅਰਦਾਸ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ, ਮਨੁੱਖ ਦੇ ਅੰਦਰ ਤੁਹਾਡੀ ਜੋਤ ਤਾਂ ਹੈ, ਹਰੇਕ ਮਨੁੱਖ ਦੇ ਅੰਦਰ ਜੋਤ ਹੈ। ਜੇ ਆਪਾਂ ਕਹੀਏ ਸਾਰਿਆਂ 'ਚ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਰੇਕ ਮਨੁੱਖ ਅੰਦਰ ਜੋਤ ਹੈ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਹਰੇਕ ਦੇ ਅੰਦਰ ਪਰਮੇਸ਼ਰ ਦੀ ਅੰਸ਼ ਹੈ, ਉਹਦੇ ਨਾਲ ਹੀ ਸਾਰੇ ਪ੍ਰੇਮ ਕਰਦੇ ਆ, ਪਰ ਉਹ ਸਾਰਿਆਂ ਦੇ ਅੰਦਰ ਦਿਸਦੀ ਨਹੀਂ ਹੈ। ਜਿੱਦਾਂ ਲਾਲਟਣ ਹੁੰਦੀ ਸੀ ਪੁਰਾਣੇ ਸਮਿਆਂ ਦੇ ਅੰਦਰ, ਉਹ ਜਾਂ ਚਿਮਨੀ 'ਤੇ ਕਾਲਕ ਚੜ੍ਹ ਜਾਂਦੀ ਸੀ ਤਾਂ ਉਹ ਸਿਆਣੇ, ਉਹ ਜਿਹੜੀ ਲਾਈਟ ਵਿੱਚੋਂ ਦਿਸਣੋਂ ਹਟ ਜਾਂਦੀ ਸੀ। ਸਿਆਣੀਆਂ ਬੀਬੀਆਂ ਉਹ ਚਿਮਨੀ ਲਾ ਕੇ ਸਾਫ਼ ਕਰਕੇ ਫਿਰ ਲਾ ਦਿੰਦੀਆਂ ਸੀ, ਅਤੇ ਉਹਦੀ ਲਾਈਟ ਫਿਰ ਦਿਸਣ ਲੱਗ ਜਾਂਦੀ ਸੀ। ਇਹੀ ਮਨੁੱਖ ਦਾ ਹਾਲ ਹੈ। ਜਦੋਂ ਇਹਦੇ ਅੰਤਸਕਰਨ 'ਤੇ ਮੈਲ ਚੜ੍ਹ ਜਾਂਦੀ ਹੈ। ਮੈਲ ਕਾਹਦੀ ਹੈ? ਜੇ ਕੋਈ ਬੰਦਾ ਕਹੇ ਵੀ ਮੈਂ ਤਾਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਹੈ, ਉਹ ਮੈਲ ਵੀ ਗੁਰੂ ਨੇ ਦੱਸੀ ਕਾਹਦੀ ਚੜ੍ਹ ਜਾਂਦੀ ਹੈ। ਉਹ ਮੈਲ ਨੂੰ ਪਰੇ ਕਰਨ ਵਾਸਤੇ ਤਰੀਕਾ ਦੱਸਿਆ। ਉਹ ਹੌਲੀ ਹੌਲੀ ਜਦੋਂ ਚਿਮਨੀ ਸਾਫ਼ ਹੋ ਜਾਂਦੀ ਆ, ਫਿਰ ਲਾਈਟ ਜੋਤ ਜਗਣ ਲੱਗ ਜਾਂਦੀ। ਜਿਨ੍ਹਾਂ ਪੁਰਖਾਂ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ, ਜਦੋਂ ਆਪਾਂ ਉਹਨਾਂ ਦੇ ਨੇੜੇ ਜਾਂਦੇ ਹਾਂ ਤਾਂ ਆਪਣੇ ਔਗਣ ਵੀ ਸਾਨੂੰ ਦਿਸਣ ਲੱਗ ਜਾਂਦੇ। ਤਾਂ ਜਿਹੜੇ ਤੁਸੀਂ ਫੋਟੋਆਂ ਦੇਖਦੇ ਹੋਵੋਗੇ ਅਵਤਾਰਾਂ ਦੀਆਂ, ਮਹਾਂਪੁਰਸ਼ਾਂ ਦੀਆਂ,
ਉਹਨਾਂ ਦੇ ਸਿਰ ਦੇ ਪਿੱਛੇ ਇੱਕ ਗੋਲ ਚੱਕਰ ਵਾਇਆ ਹੁੰਦਾ ਪ੍ਰਕਾਸ਼ ਜਿਹਾ। ਉਹਦਾ ਅਰਥ ਇਹੀ ਹੁੰਦਾ ਕਿ ਇਹਦੀ ਜੋਤ ਪ੍ਰਕਾਸ਼ ਹੋ ਚੁੱਕੀ ਆ, ਇਹਦਾ ਅੰਤਸਕਰਨ ਸੁੱਧ ਹੈ। ਬਾਕੀ ਸੰਸਾਰੀ ਫੋਟੋਆਂ ਬਥੇਰੀਆਂ ਨੇ, ਕਿਸੇ ਦੇ ਅੰਦਰ ਸਿਰ ਦੇ ਪਿੱਛੇ ਚੱਕਰ ਨਹੀਂ ਲਾਇਆ। ਚੱਕਰ ਮਹਾਤਮਾ ਪੁਰਸ਼ਾਂ ਦੇ ਪਿੱਛੇ ਇੱਕ ਪ੍ਰਕਾਸ਼ਵਾਨ ਚੱਕਰ ਹੁੰਦਾ ਹੈ। ਉਹਦਾ ਮਤਲਬ ਇਹ ਹੈ ਕਿ ਇਹਦੀ ਜੋਤ ਪ੍ਰਕਾਸ਼ ਹੈ। ਬਾਕੀਆਂ ਦੀ ਜਿਹੜੀਆਂ ਆਤਮਾ ਨੇ ਅੰਦਰ ਹੈਨ ਤਾਂ ਜ਼ਰੂਰ, ਪਰ ਉਹਦੇ 'ਤੇ ਮੈਲ ਹੀ ਇੰਨੀ ਚੜ੍ਹ ਗਈ ਕਿ ਉਹਦੀ ਜੋਤ ਦਿਸਦੀ ਨਹੀਂ ਹੈ। ਕਈ ਲੋਕ ਥਾਣਿਆਂ ਵਿੱਚ ਸਜ਼ਾ ਭੋਗਦੇ ਆ, ਕਈ ਲੋਕ ਹਾਏ ਹਾਏ ਮੰਜਿਆਂ 'ਤੇ ਕਰਦੇ ਪਏ ਆ। ਇਹ ਸਾਰਾ ਪਰਮੇਸ਼ਰ ਤੋਂ ਟੁੱਟ ਕੇ ਹੀ ਸਾਰੇ ਦੁੱਖ ਨੇ। ਤਾਂ ਸਤਿਗੁਰੂ ਜੀ ਨੇ ਬੜੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ। ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਕਿਹੜੇ ਔਗਣ ਹੈ ਜਿਨ੍ਹਾਂ ਕਰਕੇ ਮਨੁੱਖ ਦੇ ਅੰਤਸਕਰਨ 'ਤੇ ਮੈਲ ਚੜ੍ਹ ਜਾਂਦੀ ਹੈ। ਉਹ ਕਹਿੰਦੇ ਭਾਈ ਮਨ ਆਪਣੇ ਤੋਂ ਬੁਰਾ ਭਾਵ ਖਤਮ ਕਰ ਦੇਵੇ। ਕਿਸੇ ਦਾ ਬੁਰਾ ਸੋਚਣਾ ਮਨ ਕਰਕੇ ਚਿੱਤ ਬਣਾ, ਜੇ ਬੁਰਾ ਨਹੀਂ ਕਰ ਸਕੇ ਤਾਂ ਅੰਦਰ ਚਿੱਤ ਬਣਾ ਜ਼ਰੂਰ ਹੈ, ਇਹਦਾ ਨੁਕਸਾਨ ਹੋ ਜਾਵੇ। ਕਿਸੇ ਦੀ ਵੱਧਦਾ ਦੇਖ ਕੇ ਉਹਨੂੰ ਅੰਦਰੋਂ ਸੜਨਾ ਬੁਰਾ ਭਾਵ ਹੈ ਅੰਦਰ। ਕਿਸੇ ਦੇ ਅਫਸੋਸ 'ਤੇ ਚਲੇ ਜਾਣਾ, ਉੱਥੇ ਅੰਦਰੋਂ ਖੁਸ਼ ਹੋਣਾ ਤੇ ਉੱਪਰੋਂ ਅਫਸੋਸ ਦੀਆਂ ਗੱਲਾਂ ਕਰਨੀਆਂ, ਇਹ ਬੁਰਾ ਭਾਵ ਹੈ ਅੰਦਰ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸ੍ਰਿਸ਼ਟ ਸਾਜਣਾ। ਸਾਰੀ ਸ੍ਰਿਸ਼ਟੀ ਨੂੰ ਸਾਜਣਹਾਰ ਪਰਮੇਸ਼ਰ ਦਾ ਸਰੂਪ ਦੇਖੇ। ਹਰੇਕ ਮਨੁੱਖ ਦੇ ਅੰਦਰ ਉਹ ਹੈ, ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਵਣ ਆਈ। ਸਾਡੇ ਇੱਕ ਰਾਗੀ ਸਿੰਘ ਆਏ, ਉਹਨਾਂ ਨੇ ਸ਼ਬਦ ਪੜ੍ਹਿਆ। ਮੈਂ ਉਹਨਾਂ ਨੂੰ ਬਾਅਦ ਵਿੱਚ ਪੁੱਛਿਆ, ਮੈਂ ਕਿਹਾ ਇਹ ਸ਼ਬਦ ਤੁਹਾਡਾ ਨਹੀਂ ਹੈ, ਬਾਣੀ ਅਵਸਥਾ ਵਾਲੇ ਪੁਰਖਾਂ ਦੀ ਹੈ। ਜਿਹੜੀ ਜਿਹੜੀ ਅਵਸਥਾ ਕਿਸੇ ਦੀ ਸੀ ਉਹ ਅਵਸਥਾ ਦੇ ਅਨੁਸਾਰ ਉਹਨੇ ਬਾਣੀ ਲਿਖ ਦਿੱਤੀ। ਤੁਸੀਂ ਗੁਰੂ ਦੇ ਸਾਹਮਣੇ ਝੂਠ ਕਿਉਂ ਬੋਲਦੇ? ਤੁਹਾਨੂੰ ਤਾਂ ਦੁਸ਼ਮਣ ਮਿੱਤਰ ਦਿਸਦਾ ਹੈ। ਤੁਸੀਂ ਗੁਰੂ ਦੇ ਸਾਹਮਣੇ ਬੈਠ ਕੇ ਕਹਿੰਦੇ ਵੀ ਸਾਨੂੰ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣ ਆਈ। ਸਾਨੂੰ ਦੁਸ਼ਮਣ ਮਿੱਤਰ ਦੀਦਾ ਹੀ ਨਹੀਂ ਹੈ। ਵੀ ਤੁਹਾਡੇ ਪੜ੍ਹਨੇ ਦਾ ਸ਼ਬਦ ਨਹੀਂ ਹੈ, ਇਹ ਅਵਸਥਾ ਵਾਲੇ ਮਹਾਤਮਾ ਪੁਰਖ ਬ੍ਰਹਮ ਅਵਸਥਾ ਵਾਲੇ ਪੁਰਖਾਂ ਦਾ ਬਚਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੜੇ ਗੁਰਸਿੱਖ ਸਨ, ਪਰ ਇੱਕ ਗੁਰਸਿੱਖ ਦੀ ਸ਼ਿਕਾਇਤ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ। ਮਹਾਰਾਜਾ ਇੱਕ ਸਿੱਖ ਹੈ, ਅਸੀਂ ਮੋਹਰੇ ਦੁਸ਼ਮਣਾਂ ਨੂੰ ਮਾਰਦੇ ਹਾਂ ਅਤੇ ਉਹ ਪਾਣੀ ਪਿਲਾਉਂਦਾ ਮਗਰ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਬੜੀ ਮਾੜੀ ਗੱਲ ਹੈ, ਸੱਦ ਕੇ ਲਿਆਓ। ਹਾਜ਼ਰ ਕੀਤਾ, ਪੇਸ਼ ਕੀਤਾ। ਭਾਈ ਕਨ੍ਹਈਆ ਜੀ ਨੂੰ ਪੁੱਛਿਆ, ਭਾਈ ਤੂੰ ਮੁਸਲਮਾਨਾਂ ਨੂੰ ਪਾਣੀ ਪਿਲਾਉਣਾ? ਗੁਰਸਿੱਖ ਤੇਰੀ ਸ਼ਿਕਾਇਤ ਕਰਦੇ ਆ, ਅਸੀਂ ਦੁਸ਼ਮਣਾਂ ਨੂੰ ਮਾਰਦੇ ਹਾਂ ਅਤੇ ਪਾਣੀ ਪਿਲਾਉਂਦਾ ਅਤੇ ਮੁੜ ਕੇ ਉੱਠ ਕੇ ਫਿਰ ਸਾਡੇ ਨਾਲ ਲੜਨ ਲੱਗ ਪੈਂਦੇ ਆ। ਭਾਈ ਕਨ੍ਹਈਆ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਮਹਾਰਾਜ ਮੈਂ ਤਾਂ ਕਿਸੇ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਇਆ। ਮੈਂ ਤਾਂ ਮੁਸਲਮਾਨ ਮੈਨੂੰ ਦਿਸਦਾ ਹੀ ਨਹੀਂ ਹੈ, ਜਿੱਧਰ ਦੇਖਦਾ ਤੇਰੀ ਜੋਤ ਹੈ। ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਕਿਨ ਬਿਨਾ ਕੋ ਬੋਲੇ ਰੇ। ਜਿਹਦੇ ਅੰਦਰ ਰਾਮ ਹੈ ਨਹੀਂ ਉਹ ਬੋਲਦਾ ਹੀ ਨਹੀਂ ਹੈ। ਉਹਦੀ ਪਰਮੇਸ਼ਰ ਦੀ ਅੰਸ਼ ਸਾਰਿਆਂ ਵਿੱਚ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖੁਸ਼ ਹੋ ਗਏ, ਕਹਿਣ ਲੱਗੇ ਭਾਈ ਜਿੱਥੇ ਇਹਦੀ ਅਵਸਥਾ ਪਹੁੰਚ ਗਈ ਹੈ ਤੁਸੀਂ ਹਾਲੇ ਉੱਥੇ ਤੱਕ ਪਹੁੰਚੇ ਨਹੀਂ ਆ। ਉਹਨੂੰ ਕੋਲੋਂ ਮਲਮ ਪੱਟੀ ਵੀ ਦਿੱਤੀ। ਕਹਿੰਦੇ ਮਲਮ ਪੱਟੀ ਵੀ ਕਰਿਆ ਕਰ। ਜੋ ਦੀਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ। ਜੋ ਦਿਸਦਾ ਸਾਰੀ ਸ੍ਰਿਸ਼ਟੀ ਵਿੱਚ ਉਹਦਾ ਸਰੂਪ ਜਦੋਂ ਦਿਸਣ ਲੱਭਦੇ, ਇਹ ਅਵਸਥਾ ਉੱਪਰਲੀ ਅਵਸਥਾ ਹੈ। ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਨਿਰੰਕਾਰ ਹੈ, ਪਸ਼ੂ ਵਿੱਚ ਵੀ ਹੈ, ਪੰਛੀਆਂ ਵਿੱਚ ਵੀ ਹੈ। ਜਿਹੜਾ ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਦੇ ਵਿੱਚ ਪਰਮੇਸ਼ਰ ਦੀ ਆਤਮਾ ਹੈ, ਅੰਸ਼ ਹੈ। ਉਸ ਨੂੰ ਦੇਖਣ ਵਾਸਤੇ ਸਮਾਂ ਲੱਗ ਜਾਂਦਾ ਹੈ। ਜਦੋਂ ਮਨੁੱਖ ਦੀ ਅੱਖਾਂ ਦੇ ਉੱਤੇ ਮੋਤੀਆਬਿੰਦ ਦੀ ਮਾੜੀ ਮੋਟੀ ਤਹਿ ਆ ਜਾਵੇ ਤਾਂ ਉਹਨੂੰ ਸਾਰਾ ਸੰਸਾਰ ਦੂਰ ਦਿਸਣ ਲੱਗ ਜਾਂਦਾ। ਸਿਆਣਾ ਡਾਕਟਰ ਉਹਦਾ ਆਪਰੇਸ਼ਨ ਕਰ ਦਿੰਦਾ ਅਤੇ ਉਹਨੂੰ ਫਿਰ ਸਾਰੀ ਦੁਨੀਆ ਦਿਸਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਅੰਤਸਕਰਨ 'ਤੇ ਜਦੋਂ ਮੈਲ ਚੜ੍ਹ ਜਾਂਦੀ ਹੈ ਇਹਨੂੰ ਪਰਮੇਸ਼ਰ ਦੂਰ ਦਿਸਣ ਲੱਗ ਜਾਂਦਾ। ਅੱਖ ਦੇ ਮੂਹਰੇ ਮਾੜੀ ਜਿਹੀ ਝਿੱਲੀ ਲਾ ਦਿਓ, ਕੋਈ ਬੰਦਾ ਮੂਹਰੇ ਦਿਸਦਾ ਨਹੀਂ ਭਾਵੇਂ ਸਾਹਮਣੇ ਖੜਾ ਰਹੇ। ਪਰਮੇਸ਼ਰ ਨਿਰੰਕਾਰ ਦਾ ਇੰਨਾ ਫਰਕ ਹੈ। ਮਹਾਂਪੁਰਸ਼ ਦੱਸਦੇ ਹੁੰਦੇ ਸੀ, ਕਹਿਣਾ ਭਾਈ ਤਿਤਲੀ ਦੇਖੀ ਆ ਤੁਸੀਂ ਉੜਦੀ ਖੇਤਾਂ ਵਿੱਚ, ਉਹਦਾ ਖੰਭ ਦੇਖੋ ਕਿੰਨਾ ਕੁ ਬਰੀਕ ਹੈ। ਉਹਨੂੰ ਜੇ ਆਪਾਂ ਦੋਨਾਂ ਉਂਗਲੀਆਂ ਨਾਲ ਫੜ ਲਈਏ ਉਹਦੇ ਵਿੱਚ ਸੁਰਾਖ ਹੋ ਜਾਂਦਾ। ਕਹਿੰਦੇ ਇੰਨਾ ਫਰਕ ਹੈ ਪਰਮੇਸ਼ਰ ਦਾ ਅਤੇ ਜੀਵ ਦਾ। ਉਹੀ ਪਰਦਾ ਨਹੀਂ ਟੁੱਟਦਾ। ਕਈ ਜਨਮ ਲੱਗ ਜਾਂਦੇ ਪਰਦਾ ਤੋੜਨੇ ਨੂੰ। ਇਹ ਪਰਦਾ ਮਹਾਤਮਾ ਪੁਰਸ਼ਾਂ ਦੀ ਸੰਗਤ ਤੋਂ ਬਿਨਾਂ
ਪੜਦਾ ਉੱਠਦਾ ਨਹੀਂ ਹੈ। ਜਿਨ੍ਹਾਂ ਦਾ ਪੜਦਾ ਉੱਠ ਜਾਂਦਾ ਉਹਨਾਂ ਨੂੰ ਫਿਰ ਪਰਮੇਸ਼ਰ ਕੋਲੇ ਖੜਾ ਸਾਖਸ਼ਾਤ ਦਿਸਣ ਲੱਗ ਜਾਂਦਾ। ਉਹਨੂੰ ਹਰ ਵੇਲੇ ਸਾਰੀ ਸ੍ਰਿਸ਼ਟੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਅਵਸਥਾ ਲਿਖੀ ਹੈ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇੱਕ ਅਵਸਥਾ ਇਹ ਹੈ, ਇੱਕ ਇਹਨਾਂ ਨੇ ਸੰਸਾਰ ਵਿੱਚ ਪਰਮੇਸ਼ਰ ਨੂੰ ਦੇਖ ਲਿਆ, ਇੱਕ ਇਹਨਾਂ ਨੇ ਅੱਖਾਂ ਮੀਟ ਕੇ ਅੰਦਰ ਦੇਖ ਲਿਆ। ਅੰਦਰ ਵੀ ਪਰਮੇਸ਼ਰ ਸੀ, ਬਾਹਰ ਵੀ ਪਰਮੇਸ਼ਰ ਸੀ। ਜਿਸ ਵੀ ਰੂਪ ਵਿੱਚ ਮਰਜ਼ੀ ਦਰਸ਼ਨ ਕਰ ਲਏ। ਕਈਆਂ ਨੇ ਬਾਹਰ ਸ੍ਰਿਸ਼ਟੀ ਵਿੱਚ ਪਰਮੇਸ਼ਰ ਨੂੰ ਦੇਖ ਲਿਆ, ਕਈਆਂ ਨੇ ਅੰਦਰ ਬੈਠਿਆਂ ਨੂੰ ਦੇਖ ਲਿਆ। ਉਹਨੂੰ ਦੇਖਣ ਜਿਨ੍ਹਾਂ ਨੇ ਦੇਖ ਲਿਆ। ਦੁੱਧ ਵਿੱਚ ਮੱਖਣ ਤਾਂ ਹੈ, ਪਰ ਕਾਰੀਗਰ ਤੋਂ ਬਿਨਾਂ ਅਣਜਾਣ ਬੀਬੀ ਕੋ ਬਾਹਰਲੇ ਮੁਲਕ ਤੋਂ ਲਿਆਓ, ਉਹਨੂੰ ਕਹੋ ਵੀ ਦੁੱਧ ਦੇ ਵਿੱਚ ਮੱਖਣ ਹੈ ਕੱਢ ਦੇ, ਉਹਨੂੰ ਪਤਾ ਨਹੀਂ ਲੱਗੂਗਾ। ਸਾਡੇ ਪੰਜਾਬ ਵਿੱਚ ਵੀ ਹੁਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਨਹੀਂ ਪਤਾ ਹੈ, ਜਿਹੜੀਆਂ ਕੁੜੀਆਂ ਅੱਗੇ ਆਈਆਂ ਨੇ, ਪੁਰਾਣੀਆਂ ਬੀਬੀਆਂ ਨੂੰ ਪਤਾ ਸੀ। ਦੁੱਧ ਵਿੱਚੋਂ ਮੱਖਣ ਕੱਢਣ ਵਾਸਤੇ ਰਾਤ ਲੱਗ ਜਾਂਦੀ ਹੈ। ਪਹਿਲਾਂ ਸਵੇਰ ਤੋਂ ਪੱਠੇ ਪਾਏ, ਮੱਝ ਚੋਈ, ਸ਼ਾਮ ਨੂੰ ਜਾ ਕੇ ਦੁੱਧ ਚੋਇਆ, ਬੜਾ ਲੰਮਾ ਟਾਈਮ ਲੱਗ ਗਿਆ। ਦੁੱਧ ਇਹ ਤਾਂ ਹੈ ਹੀ ਨਹੀਂ ਵੀ ਦੁੱਧ ਵਿੱਚ ਮੱਖਣ ਹੈ ਨਹੀਂ ਸੀ। ਸਿਆਣੇ ਪੁਰਖ ਨੇ ਪ੍ਰਗਟ ਕਰ ਲਿਆ, ਸਿਆਣੇ ਦਿਮਾਗ ਨੇ ਪ੍ਰਗਟ ਕਰ ਲਿਆ। ਇਸੇ ਤਰ੍ਹਾਂ ਹਰੇਕ ਸਰੀਰ ਵਿੱਚ ਪਰਮੇਸ਼ਰ ਹੈ, ਉਹਨੂੰ ਪ੍ਰਗਟ ਕਰਨ ਵਾਸਤੇ ਸਮਾਂ ਲੱਗ ਜਾਂਦਾ ਹੈ। ਬਸ ਤਾਂ ਇਹ ਨਹੀਂ ਕਿ ਮੁਸਲਮਾਨ ਹੈ, ਮੁਸਲਮਾਨ ਨਾਲ ਹੋਰ ਤਰੀਕਾ ਹੈ। ਜੇ ਤੁਸੀਂ ਕਹੋ ਭਾਈ ਦੁੱਧ ਵਿੱਚੋਂ ਮੱਖਣ ਮੁਸਲਮਾਨ ਹੋਰ ਤਰ੍ਹਾਂ ਕੱਢਦਾ, ਹਿੰਦੂ ਹੋਰ ਤਰ੍ਹਾਂ ਕੱਢਦਾ, ਪਰਮੇਸ਼ਰ ਇੱਕੋ ਤਰੀਕੇ ਨਾਲ ਹੀ ਮਿਲਿਆ ਸਾਰਿਆਂ ਨੂੰ, ਚਾਹੇ ਮੁਸਲਮਾਨਾਂ ਨੂੰ, ਚਾਹੇ ਹਿੰਦੂਆਂ ਨੂੰ, ਚਾਹੇ ਸਿੱਖਾਂ ਨੂੰ। ਅਵਸਥਾ ਇੱਕੋ ਹੀ ਹੈ, ਸਿਰ ਤੋਂ ਪਰੇ ਹੀ ਡੇਰਾ ਹੈ। ਅਵਸਥਾ ਉਸੇ 'ਤੇ ਜਾ ਕੇ ਮਿਲੂਗਾ ਪਰਮੇਸ਼ਰ। ਮੁਸਲਮਾਨਾਂ ਦਾ ਇਤਿਹਾਸ ਪੜ੍ਹ ਲਓ, ਉਹਨਾਂ ਨੂੰ ਵੀ ਤਾਂ ਇਸੇ ਤਰੀਕੇ ਮਿਲਿਆ। ਅਤੇ ਜਾ ਕੇ ਹਿੰਦੂਆਂ ਦਾ ਜਾਂ ਸਿੱਖਾਂ ਦਾ ਇਤਿਹਾਸ ਪੜ੍ਹ ਲਓ, ਉਹਨਾਂ ਨੂੰ ਵੀ ਤਾਂ ਅਖੀਰ 'ਤੇ ਜਾ ਕੇ ਮਿਲਿਆ। ਇਹ ਅਵਸਥਾ ਹੈ, ਜਿਸ ਅਵਸਥਾ 'ਤੇ ਜਾ ਕੇ ਪਰਮੇਸ਼ਰ ਨੇ ਮਿਲਣਾ ਹੈ। ਉਹਦੇ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਕਰਨਾ ਹੈ। ਜਨਮ ਲੱਗ ਜਾਂਦੇ ਆ ਉਸੇ ਵਿਧੀ ਨਾਲ। ਜੇ ਕੋਈ ਕਹੇ ਵੀ ਮੁਸਲਮਾਨਾਂ ਨੇ ਅੱਲਾ ਅੱਲਾ ਕਰਕੇ ਕੱਢ ਲਿਆ, ਠੀਕ ਹੈ, ਉਹਨਾਂ ਦਾ ਕਿਸੇ ਜਗ੍ਹਾ 'ਤੇ ਦੁੱਧ ਨੂੰ ਮਿਲਕ ਕਹਿੰਦੇ ਆ, ਕਿਸੇ ਜਗ੍ਹਾ ਅਸੀਂ ਦੁੱਧ ਕਹਿੰਦੇ ਹਾਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਵੱਖਰੇ ਵੱਖਰੇ ਨਾਮ ਹੈ। ਉਹਦੇ ਵਿੱਚੋਂ ਢੰਗ ਤਰੀਕਾ ਇੱਕੋ ਹੀ ਹੈ। ਤੁਸੀਂ ਪਾਕਿਸਤਾਨ ਚਲੇ ਜਾਓ, ਉਹ ਵੀ ਇੱਦਾਂ ਹੀ ਕੱਢਦੇ ਆ, ਬਾਹਰਲੇ ਮੁਲਕਾਂ ਚਲੇ ਜਾਓ, ਉਹ ਵੀ ਉੱਦਾਂ ਹੀ ਕੱਢਦੇ ਆ। ਤਰੀਕਾ ਕੋਈ ਫਰਕ ਨਹੀਂ ਹੈ। ਇਸੇ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਚਾਹੇ ਮੁਸਲਮਾਨਾਂ ਨੇ ਕੀਤੀ ਹੈ, ਚਾਹੇ ਹਿੰਦੂਆਂ ਨੇ ਕੀਤੀ, ਚਾਹੇ ਗੁਰਸਿੱਖਾਂ ਨੇ ਕੀਤੀ ਹੈ। ਇਹ ਹੋ ਸਕਦਾ ਚਾਟੀ ਕਿਸੇ ਦੀ ਹਰੀ ਹੈ, ਕਿਸੇ ਦੀ ਪੀਲੀ ਹੈ, ਕਿਸੇ ਦੀ ਨੀਲੀ ਹੈ, ਕਿਸੇ ਦੀ ਚਿੱਟੀ ਹੈ। ਉਹਦੇ ਵਿੱਚ ਤਾਂ ਫਰਕ ਹੋ ਸਕਦਾ। ਮਧਾਣੀ ਵੀ ਉਹੀ ਹੈ, ਪਾਣੀ ਵੀ ਉਹੀ ਹੈ, ਅਤੇ ਕਿਰਿਆ ਵੀ ਉਹੀ ਹੈ। ਉਸ ਕਿਰਿਆ ਮੁਤਾਬਕ ਦੁੱਧ ਵਿੱਚੋਂ ਮੱਖਣ ਪ੍ਰਗਟ ਹੁੰਦਾ। ਇਸੇ ਤਰ੍ਹਾਂ ਸਰੀਰ ਦੇ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਕਰਨਾ ਹੈ, ਅੰਦਰ ਹੀ ਹੈ। ਉਹਨੂੰ ਬੇਨਤੀ ਕਰਨੀ ਹੈ। ਜਦੋਂ ਮਨੁੱਖ ਇਕਾਗਰ ਹੁੰਦਾ ਤਾਂ ਅੰਦਰ ਹੀ ਪਰਮੇਸ਼ਰ ਹੈ, ਕਿਤੇ ਲੱਭਣ ਨਹੀਂ ਜਾਣਾ ਪੈਂਦਾ, ਇਹਦੇ ਅੰਦਰ ਹੀ ਹੈ। ਸਾਵਧਾਨ ਇਕਾਗਰ ਚੀਤ, ਇਕਾਗਰ ਚਿੱਤ ਹੋ ਜਾਂਦਾ ਅਤੇ ਫਿਰ ਅੰਦਰ ਪਰਮੇਸ਼ਰ ਇਹਦੀ ਬਾਣੀ ਸੁਣਦਾ ਹੈ। ਜੇ ਕੰਨਾਂ ਨਾਲ ਸੁਣਦਾ ਨਹੀਂ ਤਾਂ ਪਰਮੇਸ਼ਰ ਨੂੰ ਸੁਣਾਈ ਨਹੀਂ ਬਾਣੀ ਨੇ। ਇਹ ਅਵਸਥਾ ਮਨੁੱਖ ਦੀ ਬਣ ਜਾਵੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਆ, ਚਤਰ ਦਿਸਾ ਕੀਨੋਂ ਬਲ ਆਪਣਾ। ਮਹਾਰਾਜ ਤੁਹਾਡਾ ਬਲ ਚਾਰ ਚਫੇਰੇ ਸਾਰੀ ਸ੍ਰਿਸ਼ਟੀ ਵਿੱਚ, ਜਿੱਥੇ ਕੋਈ ਮਨੁੱਖ ਦੀ ਪਹੁੰਚ ਨਹੀਂ ਹੈ, ਤੁਹਾਡਾ ਬਲ ਉੱਥੇ ਵੀ ਆ। ਕਈ ਧਰਤੀਆਂ 'ਤੇ 6-6 ਮਹੀਨੇ ਰਾਤ ਰਹਿੰਦੀ ਹੈ, ਕਈਆਂ 'ਤੇ 6-6 ਮਹੀਨੇ ਦਿਨ ਰਹਿੰਦਾ। ਕਈ ਧਰਤੀਆਂ 'ਤੇ ਮਨੁੱਖ ਰਹਿੰਦਾ ਨਹੀਂ ਹੈ, ਉੱਥੇ ਜਾਨ ਵਾਲੀ ਚੀਜ਼, ਉੱਥੇ ਆਕਸੀਜਨ ਹੁੰਦੀ ਨਹੀਂ, ਜਾਨ ਵਾਲੀ ਚੀਜ਼ ਉੱਥੇ ਜਾਂਦੀ ਨਹੀਂ ਹੈ। 6-6 ਮਹੀਨੇ ਬੜੇ ਬੜੇ ਪਹਾੜ ਸੁੰਨੇ ਹੋ ਜਾਂਦੇ ਆ। ਉੱਥੇ ਵੀ ਪਰਮੇਸ਼ਰ ਦਾ ਬਲ ਹੈ। ਕੋਈ ਜਗ੍ਹਾ ਐਸੀ ਨਹੀਂ ਵੀ ਜਿੱਥੇ ਪਰਮੇਸ਼ਰ ਦਾ ਬਲ ਨਾ ਹੋਵੇ। ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਕੁਰੀ ਵਾਲੇ, ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਨੇੜੇ ਚੰਦਰਭਾਗਾ ਨਦੀ ਦੇ ਕੰਢੇ ਕੁਰੀ ਪਿੰਡ ਹੈ ਛੋਟਾ ਜਿਹਾ। ਉੱਥੇ ਇੱਕ ਸਾਡੀ ਨਿਰਮਲ ਭੇਖ ਦੀ ਸੰਪਰਦਾ ਵਿੱਚੋਂ ਬਾਬਾ ਭਾਗ ਸਿੰਘ ਜੀ ਹੋਏ ਆ। ਉਹ ਉਹਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਤਾਂ ਤਕਰੀਬਨ ਤੁਰ ਕੇ ਹੀ ਜਾਂਦੇ ਹੁੰਦੇ ਸਨ। 15 ਕਿਲੋਮੀਟਰ, 12 ਕਿਲੋਮੀਟਰ ਜਾਂ 11 ਇੰਨਾ ਕੁ ਰੋਜ਼ ਕੱਢਦੇ ਹੁੰਦੇ ਸੀ ਤੁਰ ਕੇ ਜਾਣਾ। ਅਤੇ ਜਿੱਥੇ ਜਾਣਾ ਅਤੇ ਉੱਥੇ ਸੋਚ ਲੈਣਾ ਵੀ ਕੱਲ੍ਹ ਨੂੰ ਟਿਕਾਣਾ ਕਿੱਥੇ ਕਰਨਾ। ਇੱਕ ਦਿਨ ਇੱਕ ਸੰਤਾਂ ਦੇ ਕੋਲ, ਉਦਾਸੀ ਮਹਾਤਮਾ ਦੇ ਕੋਲ ਬੈਠੇ, ਉਦਾਸੀ ਮਹਾਤਮਾ ਦੇ ਡੇਰੇ ਜਾਣਾ ਸੀ। ਇੱਕ ਸੰਤਾਂ ਦੇ ਡੇਰੇ ਵਿੱਚ ਉਹ ਗਏ। ਉਹ ਸੰਤ ਪੁੱਛਣ ਲੱਗੇ, ਬਾਬਾ ਜੀ ਹੁਣ ਕੱਲ੍ਹ ਨੂੰ ਟਿਕਾਣਾ ਤੁਸੀਂ ਕਿੱਥੇ ਕਰਨਾ?
ਬਾਬਾ ਭਾਗ ਸਿੰਘ ਜੀ ਕਹਿੰਦੇ ਕੱਲ੍ਹ ਨੂੰ ਇੱਥੋਂ 12 ਕੁ ਕੋਹ 'ਤੇ ਇੱਕ ਅਦਾਸੀ ਮਹਾਤਮਾ ਦਾ ਡੇਰਾ, ਮੈਂ ਉੱਥੇ ਰਹਿਣਾ ਕੱਲ੍ਹ। ਜਦ ਦੂਜੇ ਦਿਨ ਉਹ ਬਾਬਾ ਜੀ ਉੱਥੇ ਗਏ ਤੇ ਉਹ ਉਦਾਸੀ ਮਹਾਤਮਾ ਬਾਹਰ ਆ ਕੇ ਗੁਰਦੁਆਰੇ ਤੋਂ ਖੜ੍ਹੇ, ਬੜੇ ਸਤਿਕਾਰ ਨਾਲ ਬਾਬਾ ਭਾਗ ਸਿੰਘ ਜੀ ਨੂੰ ਅੰਦਰ ਲੈ ਕੇ ਗਏ। ਜਲ ਪਾਣੀ ਛਕਾਇਆ ਤੇ ਗੱਲਾਂ ਬਾਤਾਂ ਕਰਨ ਲੱਗ ਗਏ। ਬੈਠ ਕੇ ਪੁੱਛਣ ਲੱਗੇ, ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਕੱਲ੍ਹ ਦੇ ਉਡੀਕਦੇ ਹਾਂ। ਉਹ ਬਾਬਾ ਭਾਗ ਸਿੰਘ ਕਹਿਣ ਲੱਗੇ ਤੁਸੀਂ ਕੱਲ੍ਹ ਦੇ ਕਿੱਦਾਂ ਉਡੀਕਦੇ ਆ? ਕਹਿੰਦੇ ਜੀ ਕੱਲ੍ਹ ਤੁਸੀਂ ਜਿਹੜੀਆਂ ਗੱਲਾਂ ਕਰਦੇ ਸੀ ਮੈਨੂੰ ਸਾਰੀਆਂ ਸੁਣਦੀਆਂ ਸੀ। ਤੁਸੀਂ ਉੱਥੇ ਸੰਤਾਂ ਨਾਲ ਕਰਦੇ ਸੀ, ਕੱਲ੍ਹ ਨੂੰ ਅਸੀਂ ਉਦਾਸੀ ਮਹਾਤਮਾ ਦੇ ਡੇਰੇ ਜਾਣਾ। ਜਦੋਂ ਮੇਰਾ ਨਾਂ ਤੁਸੀਂ ਲਿਆ ਤਾਂ ਮੈਨੂੰ ਪਤਾ ਲੱਗ ਗਿਆ ਤੁਸੀਂ ਸਾਡੇ ਆਉਣਾ। ਉਹ ਉਦਾਸੀ ਮਹਾਤਮਾ ਕਹਿੰਦੇ ਬਾਬਾ ਜੀ ਮੇਰੀ 12 ਕੋਹ ਦੀ ਰੇਂਜ ਹੈ। 12 ਕੋਹ ਦੇ ਅੰਦਰ ਮੇਰਾ ਕੋਈ ਨਾਂ ਹੌਲੀ ਦਾਣੀ ਵੀ ਨਾਂ ਲੈ ਦੇਵੇ ਨਾ, ਮੇਰੇ ਕੰਨ 'ਚ ਜਿੱਦਾਂ ਕੀਤੀ ਗੱਲ ਹੁੰਦੀ ਇੱਦਾਂ ਮੈਨੂੰ ਸੁਣਦੀ ਹੈ। 12 ਕੋਹ ਦੇ ਅੰਦਰ ਅੰਦਰ ਜਿੱਥੇ ਵੀ ਮੇਰਾ ਕੋਈ ਨਾਂ ਲਵੇ ਔਰ ਮੇਰੇ ਕੰਨ 'ਚ ਗੱਲ ਹੁੰਦੀ ਆ। ਉਹ ਜਿੱਥੇ ਤੁਸੀਂ ਕੱਲ੍ਹ ਬੈਠੇ ਸੀ ਉਹ ਮੇਰੀ ਰੇਂਜ ਦੇ ਅੰਦਰ ਪੈਂਦੀ ਸੀ ਉਹ ਜਗ੍ਹਾ। ਤਾਂ ਫਿਰ ਮੈਂ ਤੁਹਾਨੂੰ ਸੁਣ ਲਿਆ, ਫਿਰ ਤਾਂ ਮੈਂ ਤੁਹਾਨੂੰ ਬਾਹਰ ਸਤਿਕਾਰ ਵਾਸਤੇ ਖੜ੍ਹਾ ਸੀ ਵੀ ਬਾਬਾ ਜੀ ਆਉਣੇ ਵਾਲੇ ਆ। ਉਹ ਗੱਲਾਂ ਕਰਦਿਆਂ ਕਰਦਿਆਂ ਉਦਾਸੀ ਮਹਾਤਮਾ ਫਿਰ ਬਾਬਾ ਭਾਗ ਸਿੰਘ ਜੀ ਨੂੰ ਪੁੱਛਣ ਲੱਗੇ, ਕਹਿੰਦੇ ਬਾਬਾ ਜੀ ਤੁਹਾਡੀ ਕਿੰਨੀ ਰੇਂਜ ਹੈ? ਕਹਿੰਦੇ ਸਾਡੀ 1,00,000 ਕੋਹ ਦੀ ਰੇਂਜ ਹੈ। ਇਹ 1,00,000 ਕੋਹ ਵਿੱਚ ਸਾਡੀ ਜਿਹੜੀ ਬ੍ਰਹਿਮੰਡ ਹੈ ਇਹਦੀ ਤਾਂ 1,00,000 ਕੋਹ ਨਹੀਂ ਹੈ। ਇੱਕ ਮੁਲਕ ਤੋਂ ਦੂਏ ਮੁਲਕ ਦੂਏ ਸਿਰੇ ਜਾਣਾ ਹੋਵੇ 15-18 ਘੰਟੇ ਲੱਗਦੇ ਆ, ਬਹੁਤੇ ਨਹੀਂ ਲੱਗਦੇ। 1,00,000 ਕੋਹ ਦੇ ਵਿੱਚ ਤਾਂ ਕਈ ਬ੍ਰਹਿਮੰਡ ਆ ਜਾਂਦੇ ਆ। ਇਹ ਜਿੱਦਾਂ ਸਾਡੀ ਧਰਤੀ ਹੈ ਇਹਦੇ ਵਰਗੀਆਂ ਕਰੋੜਾਂ ਹੀ ਧਰਤੀਆਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਨੇ। ਇਸੇ ਤਰ੍ਹਾਂ ਦੁਨੀਆ ਵੱਸਦੀ ਹੈ, ਇਸੇ ਤਰ੍ਹਾਂ ਉੱਥੇ ਸਾਰੇ ਕਾਰੋਬਾਰ ਚੱਲਦੇ ਆ। ਉਸ 1,00,000 ਕੋਹ ਦੀ ਰੇਂਜ ਵਿੱਚ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਆ ਜਾਣੇ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ 1,00,000 ਅਗਾਸਾਂ ਅਗਾਸ ਪਤਾਲਾਂ ਪਤਾਲ ਦੀ ਗੱਲ ਕੀਤੀ, ਦਸਤਗੀਰ ਪੀਰ ਦਾ ਚੇਲੇ ਨੇ ਜਾ ਕੇ ਆਪਣੇ ਪੀਰ ਨੂੰ ਕਿਹਾ ਇੱਕ ਹਿੰਦੂ ਪੀਰ ਹੈ ਬੜਾ ਕੁਫਰ ਤੋਲਦਾ। ਹੁਣ ਪੀਰ ਨੇ ਪੁੱਛਿਆ ਕੀ ਗੱਲ ਹੋਈ? ਕਹਿਣ ਲੱਗਾ 1,00,000 ਅਗਾਸਾਂ ਅਗਾਸ 1,00,000 ਪਤਾਲਾਂ ਪਤਾਲ ਬੋਲਦਾ। ਸਾਡੇ ਪੀਰ ਨੇ 14 ਦੱਸੇ ਆ, 7 ਪਤਾਲ ਦੱਸੇ, 7 ਅਗਾਸ ਦੱਸੇ ਆ। ਦਸਤਗੀਰ ਪੀਰ ਕਹਿਣ ਲੱਗਾ ਕਾਕਾ ਕੁਫਰ ਨਹੀਂ ਤੋਲਦਾ। ਜਿਹੜਾ ਮਹਾਤਮਾ ਲੱਖਾਂ ਦੀ ਗੱਲ ਕਰਦਾ ਉਹਦੇ ਦਰਸ਼ਨ ਕਰਨੇ ਚਾਹੀਦੇ ਆ। ਸਾਡੇ ਪੀਰ ਦੀ 14 ਤੱਕੇ ਖੁੱਲੀ ਸੀ ਨਿਗਾਹ, ਹੋ ਸਕਦਾ ਲੱਖਾਂ ਤੋਂ ਵੀ ਉੱਪਰ ਹੋਵੇ। ਕਿ ਜਿਹਨੇ ਲੱਖਾਂ ਦੀ ਗੱਲ ਕੀਤੀ ਉਹਦੇ ਦਰਸ਼ਨ ਕਰਨੇ ਚਾਹੀਦੇ। ਉਹ ਦਸਤਗੀਰ ਪੀਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪਹੁੰਚਿਆ ਸੀ ਤੇ ਉਹਦਾ ਭੁਲੇਖਾ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਲਿਖਿਆ ਹੈ, ਉਹਦਾ ਭੁਲੇਖਾ ਕੱਢਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਰੋੜ ਬ੍ਰਹਿਮੰਡ ਦੱਸੇ ਆ। ਇਹ ਜਿੱਦਾਂ ਸਾਡੀ ਧਰਤੀ ਦੇਖ ਲਓ ਕਿੱਡੀ ਹੈ, ਸਾਰੇ ਮੁਲਕ ਰਲਾ ਕੇ ਦੇਖ ਲਓ ਇੱਕ ਬ੍ਰਹਿਮੰਡ ਪੂਰਾ। ਮਹਾਂਪੁਰਸ਼ ਮੈਨੂੰ ਦੱਸਦੇ ਸੀ, ਕਹਿੰਦੇ ਬਣਦਾ ਨਹੀਂ ਹੈ ਪੂਰਾ। ਇਹ ਸਾਰੇ ਮੁਲਕ ਨੂੰ ਰਲਾ ਲਓ, ਜਿੰਨੇ ਵੀ ਮੁਲਕ ਹੈ ਸਾਡੇ ਸਾਰਿਆਂ ਨੂੰ ਰਲਾ ਕੇ ਇੱਕ ਬ੍ਰਹਿਮੰਡ ਨਹੀਂ ਬਣਦਾ। ਇੱਦਾਂ ਦੇ ਕਰੋੜਾਂ ਬ੍ਰਹਿਮੰਡ ਹੈ। ਹਰੇਕ ਜਗ੍ਹਾ 'ਤੇ ਪਰਮੇਸ਼ਰ ਦੀ ਹਸਤੀ ਹੈ, ਸ਼ਕਤੀ ਹੈ। ਉਹ ਕੋਈ ਜਗ੍ਹਾ ਐਸੀ ਨਹੀਂ ਹੈ। ਤਾਂ ਸਤਿਗੁਰੂ ਜੀ ਨੇ ਕਿ 4 ਕੁੰਟ ਦੇ ਦਿਸ ਭਰਮਿਓ ਥੱਕ ਆਏ ਪ੍ਰਭ ਕੀ ਸਾਮ। ਦੈਂ ਦਿਸਾਂ 'ਚ 4 ਕੁੰਟਾਂ 'ਚ ਮਹਾਰਾਜ ਥੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਆ। 3 ਦੁੱਧ ਤੇ ਵਾਰੀ ਕਿਤੇ ਨਾ ਆਵੇ ਕਾਮ। ਗਾਂ ਜੀ ਦਾ ਦੁੱਧ ਤੋਂ ਬਿਨਾਂ ਕਿਤੇ ਕੰਮ ਨਹੀਂ ਆਉਂਦੀ। ਜੇ ਮੱਝ ਨਾ ਦੁੱਧ ਦੇਵੇ ਜ਼ਿਮੀਂਦਾਰ ਜੋੜ ਲੈਂਦੇ ਆ, ਗਾਂ ਨੂੰ ਜੋੜਿਆ ਵੀ ਨਹੀਂ ਜਾਂਦਾ। ਹਰਨਾ ਨਾ ਮਿਲੀਏ ਸਾਜਨੇ ਕਤ ਪਾਈਏ ਬਸਰਾਮ। ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਦੇ ਆ, ਚਤਰ ਦਿਸ਼ਾ ਕੀਨੋ ਵਾਲੇ ਆਪਣਾ ਮਹਾਰਾਜ। ਸਾਰੀਆਂ ਦਿਸ਼ਾ 'ਤੇ ਮਹਾਰਾਜ ਤੁਹਾਡਾ ਬਲ ਕਿਰਪਾ ਕਰਕੇ ਆਪਣਾ ਬਲ ਕਰੋ, ਆਪਣੀ ਬਲ ਬਖਸ਼ਿਸ਼ ਕਰੋ, ਸਾਡੀ ਰੱਖਿਆ ਕਰੋ। ਸਿਰ ਉੱਪਰ ਕਰ ਧਾਰਿਓ, ਆਪਣਾ ਹੱਥ ਮਹਾਰਾਜ ਸਾਡੇ ਮੱਥੇ 'ਤੇ ਰੱਖਿਓ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ। ਜਿਹਦੇ ਬੱਚੇ ਦੇ ਸਿਰ 'ਤੇ ਬਾਪ ਹੱਥ ਰੱਖ ਦੇਵੇ ਉਹਨੂੰ ਪਿੰਡ ਦੇ ਲੋਕ ਡਰ ਮੰਨਦੇ ਆ। ਜਿਹਦੇ ਗੁਰੂ ਕਿਰਪਾ ਨਾਲ ਗੁਰੂ ਨਾਨਕ ਮੱਥੇ 'ਤੇ ਹੱਥ ਰੱਖ ਦੇਵੇ ਉਹ ਤੋਂ ਸਾਰੀ ਸ੍ਰਿਸ਼ਟੀ ਡਰਦੀ ਹੈ, ਉਹ ਤੋਂ ਸਾਰੀ ਦੁਨੀਆ ਡਰਦੀ ਹੈ। ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਹੜੇ ਨਿਰਭਉ ਹੋ ਜਾਂਦੇ ਆ ਉਹ ਸਾਰੀ ਸ੍ਰਿਸ਼ਟੀ ਕਿਸੇ ਰਾਜਿਆਂ ਤੋਂ ਨਹੀਂ ਡਰਦੇ।
ਭਾਵੇਂ ਹਾਥੀ ਮੋਹਰੇ ਬੰਨ੍ਹ ਕੇ ਕਬੀਰ ਸਾਹਿਬ ਨੂੰ ਸਿੱਟਿਆ, ਭਾਵੇਂ ਨਾਮਦੇਵ ਨੂੰ ਬੰਨ੍ਹ ਕੇ ਛੱਡ ਦਿੱਤਾ, 7 ਘੜੀਆਂ ਵਿੱਚ ਤੈਨੂੰ ਮੌਤ ਦੇ ਘਾਟ ਉਤਾਰ ਦੇਣਾ, ਪਰ ਉਹ ਡਰੇ ਨਹੀਂ। 5 ਸਾਲਾਂ ਦਾ ਪ੍ਰਹਲਾਦ ਸੀ, ਚੱਕ ਕੇ ਕਦੀ ਪਹਾੜ ਤੋਂ ਸਿੱਟਿਆ, ਕਦੀ ਪਾਣੀ 'ਚ ਸਿੱਟਿਆ, ਪ੍ਰਹਲਾਦ ਡਰਿਆ ਨਹੀਂ। ਜਿਨ੍ਹਾਂ ਦੇ ਅੰਦਰ ਨਿਰਭਉ ਪਰਮੇਸ਼ਰ ਬੈਠ ਗਿਆ, ਉਹਦੇ 4 ਚੁਫੇਰੇ ਪਰਮੇਸ਼ਰ ਦਾ ਬਲ ਹੈ, ਉਹ ਕਿਸੇ ਤੋਂ ਡਰਦਾ ਨਹੀਂ ਹੈ। ਪਰ ਬ੍ਰਹਮ ਅਵਸਥਾ ਵਾਲੇ ਕਿਸੇ ਨੂੰ ਡਰ ਦਿੰਦੇ ਨਹੀਂ ਹੈ। ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ। ਪੈ ਕਾਹੂ ਕੋ ਦੇਤ ਨਾ ਪੈ ਮਾਨ ਧਿਆਨ, ਜਿਹਦੇ ਕੋਲ ਪਾਵਰ ਹੁੰਦੀ ਦਿਖਾਲਣੋਂ ਰਹਿੰਦਾ ਨਹੀਂ ਹੈ। ਪਰ ਜਿੰਨੀ ਪਾਵਰ ਇਹ ਕਮਾਈ ਕਰਨੀ ਔਖੀ ਹੈ, ਸੰਭਾਲਣੀ ਉਹ ਤੋਂ ਜ਼ਿਆਦਾ ਔਖੀ ਹੈ। ਮਾੜੀ ਮੋਟੀ ਕਿਸੇ ਕੋ ਅਫਸਰ ਬਣ ਜਾਵੇ, ਉਹਦੇ ਕੋਲੋਂ ਵੀ ਪਾਵਰ ਨਹੀਂ ਸੰਭਾਲੀ ਜਾਂਦੀ, ਉਹੀ ਨਹੀਂ ਪਿੰਡਾਂ ਵਾਲਿਆਂ ਨੂੰ ਟਿਕਣ ਦਿੰਦੇ। ਮਾੜੀ ਕੁ ਰਾਜਨੀਤਿਕ ਪਾਵਰ ਆ ਜਾਵੇ, ਉਹੀ ਨਹੀਂ ਆਲੇ ਦੁਆਲੇ ਨੂੰ ਟਿਕਣ ਦਿੰਦੇ। ਇਹ ਜਿਹੜੀ ਧਾਰਮਿਕ ਅਵਸਥਾ ਦੀ ਪਾਵਰ ਹੈ, ਇਹ ਬਣਾਉਣੀ ਤਾਂ ਜਿੰਨੀ ਔਖੀ ਹੈ, ਉਦੋਂ ਸੰਭਾਲਣੀ ਜ਼ਿਆਦਾ ਔਖੀ ਹੈ। ਸਿਰ ਉੱਪਰ ਕਰ ਧਾਰਿਓ ਮਹਾਰਾਜ ਸੱਚੇ ਪਾਤਸ਼ਾਹ, ਆਪਣਾ ਹੱਥ ਸਾਡੇ ਮੱਥੇ 'ਤੇ ਰੱਖਿਓ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਸਾਕ ਸੰਬੰਧੀਆਂ ਨੂੰ ਵਚਨ ਕੀਤਾ ਸੀ, ਇਹ ਲਾਹੌਰ ਤੋਂ ਆਏ ਸਨ। ਉਹਨਾਂ ਨੇ ਕਿਹਾ ਸੀ, ਓਏ ਰਾਮਦਾਸਾ, ਗੁਰੂ ਰਾਮਦਾਸ ਮਹਾਰਾਜ ਨੇ ਵਚਨ ਕੀਤਾ ਸੀ, ਰਾਮਦਾਸਾ ਤੂੰ ਸਹੁਰੀ ਆ ਕੇ ਭਾਂਡੇ ਮਾਂਜਣੇ ਸੀ, ਸਾਡੇ ਉੱਥੇ ਰਹਿ ਲੈਂਦਾ। ਇੱਥੇ ਗੁਰੂ ਘਰ 'ਚ ਆ ਕੇ ਭਾਂਡੇ ਮਾਂਜਣੇ, ਤੂੰ ਉੱਥੇ ਜਵਾਈ ਆ ਇਹਨਾਂ ਦਾ। ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਵਚਨ ਕੀਤਾ ਸੀ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹੱਥ ਤੇਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦੀ ਓਰਿਣ ਲਾਥਾ। ਮੱਥੇ 'ਤੇ ਹੱਥ ਰੱਖਣ ਨਾਲ ਇੱਕ ਗੱਲ ਨਹੀਂ ਨਿਬੜਦੀ। ਜਨਮਾਂ ਜਨਮਾਂਤਰਾਂ ਦੇ ਪਾਪ, 3 ਤਰ੍ਹਾਂ ਦਾ ਕਰਜ਼ਾ ਹੈ ਮਨੁੱਖ ਦੇ ਸਿਰ। ਇੱਕ ਕਰਜ਼ਾ ਤਾਂ ਇਹਦਾ ਇਹ ਹੈ ਵੀ ਉਹ ਵੀ ਉਤਰ ਜਾਂਦਾ, ਜੇ ਗੁਰੂ ਹੱਥ ਰੱਖ ਦੇਵੇ ਮੱਥੇ 'ਤੇ ਤੇ ਉਹ ਸੁਰਖਰੂ ਹੋ ਗਿਆ, ਉਹਨੂੰ ਫਿਰ ਕਰਜ਼ਾ ਉਹਦੇ ਸਿਰ ਰਹਿੰਦਾ ਨਹੀਂ ਹੈ। 3 ਕਰਜ਼ੇ ਦੱਸੇ ਆ ਵਿਦਵਾਨਾਂ ਨੇ। ਇੱਕ ਕਰਜ਼ਾ ਤਾਂ ਉਹ ਹੈ ਜਦੋਂ ਮਨੁੱਖ ਮਾਤਾ ਦੇ ਪੇਟ ਵਿੱਚ ਹੁੰਦਾ ਤਾਂ ਇਹਦੀ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ ਨਿਰੰਕਾਰ ਨੂੰ। ਇੱਕ ਕਰਜ਼ਾ ਉਹ ਹੈ, ਮੰਨੀ ਹੋਈ ਗੱਲ ਹੈ ਇਹਨੇ, ਇਹ ਮਹਾਰਾਜ ਮੈਂ ਤੁਹਾਨੂੰ ਚੇਤੇ ਕਰੂੰਗਾ, 10ਵਾਂ ਹਿੱਸਾ ਤੁਹਾਨੂੰ ਦਊਂਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਹਾਰਾਜ ਐਡੀ ਔਖੀ ਜਗ੍ਹਾ ਤੁਸੀਂ ਰੱਖਿਆ। ਇੱਕ ਤਾਂ ਕਰਜ਼ਾ ਉਹ ਇਹਦੇ ਸਿਰ 'ਤੇ ਹੈ, ਜੇ ਆ ਕੇ ਨਹੀਂ ਦਿੰਦਾ। ਦੂਜਾ ਕਰਜ਼ਾ ਮਾਤਾ ਨੇ 9 ਮਹੀਨੇ 10 ਮਹੀਨੇ ਆਪਣੇ ਪੇਟ 'ਚ ਰੱਖਿਆ, ਫਿਰ ਇਹਦੀ ਪਾਲਣਾ ਕੀਤੀ ਹੈ। ਦੂਜਾ ਕਰਜ਼ਾ ਮਾਤਾ ਪਿਤਾ ਦਾ ਹੈ। ਤੀਜਾ ਕਰਜ਼ਾ ਦੇਵੀ ਦੇਵਤਿਆਂ ਦਾ। ਹਰੇਕ ਬੰਦੇ ਨੂੰ ਪਾਣੀ ਫ੍ਰੀ ਮਿਲਿਆ ਹੋਇਆ, ਨਿਰੰਕਾਰ ਨੇ ਫ੍ਰੀ ਦਿੱਤਾ। ਗੌਰਮੈਂਟ ਭਾਵੇਂ ਪੈਸੇ ਲੈ ਕੇ ਦੇ ਦੇਵੇ, ਵੱਖਰੀ ਗੱਲ ਹੈ। ਇੱਕ ਅੱਗ ਹੈ, ਇੱਕ ਪਾਣੀ ਹੈ, ਇੱਕ ਹਵਾ ਹੈ। ਹਵਾ ਅਮੀਰ ਵੀ ਉਹੀ ਅਤੇ ਰਾਜਾ ਵੀ ਉਹੀ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਾਵਨ ਪਾਵਕ ਅਮੁੱਲਾ। ਇਹਦੀ ਕੋਈ ਕੀਮਤ ਨਹੀਂ ਲਈ ਹੈ। ਇਹ ਜੇ ਪਰਮੇਸ਼ਰ ਨੂੰ ਨਹੀਂ ਚੇਤੇ ਕਰਦਾ, ਫਿਰ ਉਹ ਕੀਮਤ ਵਸੂਲਦੇ ਆ। ਇਹ ਇੱਕ ਲੇਖਾ ਬਣਦਾ। ਜਦੋਂ ਗੁਰੂ ਮੱਥੇ 'ਤੇ ਹੱਥ ਰੱਖ ਦਿੰਦਾ, 3 ਤਰ੍ਹਾਂ ਦੇ ਕਰਜ਼ੇ ਵੀ ਫ੍ਰੀ ਹੋ ਜਾਂਦੇ, ਤਾਂ ਜਨਮਾਂ ਜਨਮਾਂਤਰਾਂ ਦੇ ਪਾਪ ਵੀ ਕਰਮ ਖਤਮ ਹੋ ਜਾਂਦੇ ਆ। ਜੇ ਕੋਈ ਕਹੇ ਸਾਧੂ ਮਹਾਤਮਾ ਨੂੰ ਮਿਲਣਾ ਨਹੀਂ ਹੈ, ਤਾਂ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਆਪਣੇ ਸੰਬੰਧੀਆਂ ਨੂੰ, ਚਾਚਿਆਂ ਤਾਇਆਂ ਨੂੰ ਇਹ ਗੱਲ ਕਹੀ। ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ। ਜਿਹੜੇ ਕਹਿੰਦੇ ਸਾਧਾਂ ਨੂੰ ਮੱਥਾ ਨਹੀਂ ਟੇਕਣਾ, ਸੰਤਾਂ ਨੂੰ ਕੌਣ ਕਹਿੰਦਾ ਨਹੀਂ ਟੇਕਣਾ? ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਤਾਂ ਕਹਿੰਦੇ ਪੈਰਾਂ ਨੂੰ ਚੁੰਮੋ। ਮੁਸਲਮਾਨ ਕਿਸੇ ਨੂੰ ਮੱਥਾ ਨਹੀਂ ਟੇਕਦੇ। ਮੈਂ ਦੇਖਿਆ ਉੱਥੇ ਮਹਾਂਪੁਰਸ਼ਾਂ ਦੇ ਪਹਿਲਾਂ ਬੜੇ ਸੋਹਣੇ ਆਉਣਗੇ, ਕੋਲ ਆ ਕੇ ਧੌਣ ਪਿੱਛੇ ਨੂੰ ਕਰ ਲੈਣਗੇ, ਅਕੜਾ ਲੈਂਦੇ, ਮੱਥਾ ਟੇਕਦੇ ਨਹੀਂ ਹੈ। ਸ਼ੇਖ ਫਰੀਦ ਸਾਹਿਬ ਜੀ ਨੇ ਗੱਲ ਮੰਨੀ ਹੈ। ਇਹ ਸ਼ੇਖ ਫਰੀਦ ਸਾਹਿਬ ਨੇ ਮੱਥਾ ਟੇਕਣਾ ਤੇ ਇੱਕ ਪਾਸੇ, ਉਹ ਕਹਿੰਦੇ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਨ੍ਹਾਂ ਨੇ ਸੱਚ ਦੀ ਪਹਿਚਾਣ ਕੀਤੀ, ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮਾਂ। ਅਤੇ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਉਹਨਾਂ ਤਾਂ ਸਾਰੀ ਦੁਨੀਆ ਪੂਜਦੀ ਹੈ। ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਵੇ। ਉਹਨਾਂ ਦੀ ਪੂਜਾ ਹੁੰਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਮੱਥੇ 'ਤੇ ਹੱਥ ਰੱਖਿਓ ਮਹਾਰਾਜ। 4 ਚਫੇਰੇ ਜਦ ਤੁਸੀਂ ਮੱਥੇ 'ਤੇ ਹੱਥ ਰੱਖ ਦੇਣਾ, ਚਤਰ ਦਿਸਾ ਕੀਨੋ ਬਲ ਆਪਣਾ, ਫਿਰ ਤਾਂ ਬਲ ਤੁਹਾਡਾ ਹੀ ਹੈ। ਰਾਜਾ ਕਿਸੇ ਨੂੰ ਚਿੱਠੀ ਲਿਖ ਦੇਵੇ, ਸਾਰੇ ਸਰਕਾਰੀ ਦਰਬਾਰੇ ਉਹਨੂੰ ਕੋਈ ਕੁਛ ਕਹਿੰਦਾ ਨਹੀਂ ਹੈ। ਇਸੇ ਤਰ੍ਹਾਂ ਨਿਰੰਕਾਰ ਦੀ ਪਾਵਰ ਜਿਹਦੇ ਕੋਲ ਹੋਵੇ, ਸਿਰ ਉੱਪਰ ਕਰ ਤਾਰਿਓ, ਕਿਰਪਾ ਕਠਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਬਤਾਰਿਓ। ਕਠਾਕ ਹੁੰਦਾ ਹੈ ਅੱਖ ਝਮਕ ਲਈ ਤਾਂ ਖੋਲ੍ਹ ਲਈ। ਮਹਾਰਾਜ ਜਿੱਦਾਂ ਤੁਸੀਂ ਸੰਸਾਰ 'ਤੇ ਕਿਰਪਾ ਸਾਰੀ ਸ੍ਰਿਸ਼ਟੀ ਨੂੰ ਸਾਂਭਦੇ ਹੋ, ਜਿਹੜੀ ਤੁਸੀਂ ਆਪਣੀ ਬਖਸ਼ਿਸ਼ ਨਾਲ ਸੰਸਾਰ 'ਤੇ ਕੀਤੀ ਹੋਈ ਹੈ, ਸੰਸਾਰ ਸਾਰਾ ਉਹਨੂੰ ਰਿਜ਼ਕ ਦੇ ਰਹੇ ਹੋ। ਵੀ ਮਹਾਰਾਜ ਮੇਰਾ ਵੀ ਦੁੱਖ ਇਸੇ ਤਰ੍ਹਾਂ ਦੂਰ ਕਰ ਦਿਓ। ਹਰ ਜਨ ਰਾਖੇ ਗੁਰੂ ਗੋਬਿੰਦ, ਕੰਠ ਲਗਾਏ ਆਪਣੇ ਜਨ ਰਾਖੇ, ਦਿਆਲ ਪੁਰਖ ਬਖਸ਼ੰਦ।
हरि दे जन बढ़ना बड़ा औखा। हर हर जन दो एक है बे विचार, ਉਹਦੇ ਵਰਗਾ ਹੀ। ठीक है, अज तो कोई धार्मिक पक्ष नूं एवें ही समझ लिया दुनिया ने। 10वें पातशाह थल्ले जीन पाई हुंदी है, दसो ये 10वें पातशाह का बाणा है, पता नहीं सिद्ध की करना चाहुंदे आ ओह। गुरमुखो, बाणे नाल सिੱਖੀ प्राप्त नहीं हुंदी, बाणे नाल धार्मिक अवस्था प्राप्त नहीं हुंदी। एक बाणी है, एक बाणा भी है नाल। बाणा भी गुरु वाला होवे, बाणी भी गुरु के दसे मुताबक होवे। जिहड़ी बाणी गुरु ने सबक दिता है उहदे मुताबक होवे। ते हरि दा जन, जन तां वैसे बहुत उच्ची अवस्था है। जन ते भगत ते संत एको कैटागरी, एको अवस्था दे नाम है तीन। प्रहलाद नूं संत भी कहा, प्रहलाद नूं भगत भी कहा, प्रहलाद नूं जन भी कहा। ते तकरीबन सारियां एक अवस्था दे नाम ने। गुरु रामदास महाराज ने हर जुग जुग भगतो पाया, पैज रखदा आया राम राज। हरनाक्ष दुष्ट हर मारिया, प्रहलाद तराया। तीजे पातशाह जी महाराज लिखदे, भगतां दी सदा तू रखदा हर जीओ, धुर तू रखदा आया। प्रहलाद जन तो दराख लै हर जीओ, हरनाक्ष पार पहुँचाया। इत्थे जन किया हरनाक्ष नूं, उत्थे भगत किया गुरु रामदास महाराज ने। ते एक जगह ते गुरु ग्रंथ साहिब विच बचन लिखिया, प्रहलाद संत की पैज जन राखी, हरनाक्ष नखे बधारे। बहुत मूर्ख लोग, मनमुख लोग कहते हैं संत तो हम पहला है ही ना सी, 10वें पातशाह तो पहला संत है ही ना सी। ये गुरु ग्रंथ साहिब संत उद्दां ही लिख दिता। उत्थे प्रहलाद नूं संत लिखिया गुरु ग्रंथ साहिब विच, नामदेव नूं संत लिखिया। क्या अपराध संत है कि ना, कहते संत ने की अपराध किया, संत के गुण दसे है। गुरु ग्रंथ साहिब विच बड़े सत्कार तोहदे है। गुरमुख है, गुरसिख है, भगत है, ब्रह्म ज्ञानी है, साध है, संत है। ये पढ़ाई है कोई भी कर लवे, ब्रह्म ज्ञानी की पढ़ाई कोई भी कर लवे, वो किसी जात विच भी होवे, चाहे शूद्र है चाहे ब्राह्मण है, उसे कुर्सी ते बह जूगा। संत की पढ़ाई कोई कर लवे, वो भी उसे पढ़ाई उत्थे बह जूगा। जन की पढ़ाई कोई कर लवे। इस तरह भगत की आ, भगत सारियां दी। मैं इस गल का जिक्र करा तो लम्मा समा लगूगा। कल्ले कल्ले की डेफिनेशन उहदी पढ़ाई दसी है कि यह पढ़ाई संत की है, साध की है, गुरमुख की है, गुरसिख की है, जन की है, ब्रह्म ज्ञानी की है। ब्रह्म ज्ञानी की सारी अष्टपदी पढ़ लो, उहदे विच जिन्ने गुण है सारे दसे है। ब्रह्म ज्ञानी दे गुण दसे है, जिहदे विच गुण है वो ब्रह्म अवस्था वाला मालक है, वो सारी सृष्टि का ही मालक है। ब्रह्म ज्ञानी परमेश्वर स्वरूप है। इत्थे जिहड़ा जन है वो भी परमेश्वर स्वरूप दसिया, उहदे वर्गा ही वो हुंदा है। कबीर साहब ने इहदा निर्णय करके दसिया, कबीर रोड़ा होए रो बाटका, तज मन का अभिमान। कहंदे रोड़ा जिद्दां सड़क 'च एक रोड़ा पिया हुंदा, दुनिया उपर दी लंघी जाती है, गड्डियां लंघी जांदियां, पशु लंघी जाते हैं, वो रोड़े दे उपर दी लंघदे आ। कहंदे इदी तेरी अवस्था हो जानी चाहिदी है। जिहड़ी अवस्था बाबा फरीद साहब ने लिखी है, फरीदा जो तैं मारन मुकियां, तिन्हां ना मारे घुम, आपनड़े कर जाइए पैर तिन्हां दे चुम। बड़ी उच्ची अवस्था है। मारो तो किसी अमृतधारी दे मौका देखो तो मूहरे जवाब की आउंदा। फिर ये अवस्था बड़ी औखी है। तां कहंदे रोड़ा होए रो बाटका, हंकार अंदरों कढ़, ते जिद्दां रोड़े दे उपर दी सारी दुनिया ही लंघदी है, इदां तू होना चाहिए। फिर कबीर साहब ने अंदरों विचार की, रोड़ा तो किसी के पैर च लग के सट लग जू, ठोकर लग जूगा, बंदा दुखी हो जूगा। हरि का जन किसी को दुख देने वाला नहीं होना चाहिए। जिहड़ा रब का भगत है वो किसी को दुखी करने वाला नहीं होना चाहिए। इधर झगड़ा उधर झगड़ा, यह झगड़ा, सारे झगड़े कलेश जे पाने होण तो वो संत नहीं है, वो जन नहीं है। कहंदे रोड़ा हुआ तो क्या पाया जो पांथी को दिखते। पांथी कहंदे आने जाने वाले राही नूं। हर जन ऐसा चाहिए जो धरनी मैं खे। मिट्टी है, मिट्टी के उपर दी बंदा लंघ जाता। मिट्टी किसी को कुछ नहीं कहती। कहंदे मिट्टी तो किसी को कुछ नहीं कहती, ठोकर नहीं मारदी। पर मिट्टी वार मिट्टी विच भी एक दोष है। कबीर साहब कहंदे मिट्टी उड़ के कपड़ियां नूं लग जावे तो बंदा दुख मनदा, कपड़े झाड़दा, वो जाके कपड़े धोने पैंदे आ, उहदा मन दुखी हुंदा। हरि दा जन जिहड़ा किते बैठा होवे, पिंड दे लोकां नूं दुखी ना करे, किसे
ਮਾਲ ਪਸ਼ੂ ਡੰਗਰ ਹੋਰ ਵੀ ਜੀਵ ਜੰਤੂਆਂ ਨੂੰ ਦੁਖੀ ਨਾ ਕਰੇ। ਕਹਿੰਦੇ ਖੇ ਹੋਈ ਤੋਂ ਕਿਆ ਪਿਆ ਜੋੜ ਲੱਗੀ ਅੰਗ। ਜਦੋਂ ਮਨੁੱਖ ਦੇ ਸਰੀਰ 'ਤੇ ਪੈ ਜਾਂਦੀ ਆ ਮਨੁੱਖ ਦੁਖੀ ਹੁੰਦਾ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਮਿੱਟੀ ਪਾਣੀ ਨਾਲ ਧੋਤੀ ਜਾਂਦੀ ਆ। ਕਹਿੰਦੇ ਪਾਣੀ ਵਰਗਾ ਹਰੀ ਦਾ ਜਨ ਹੋਣਾ ਚਾਹੀਦਾ ਜਿਹੜਾ ਕਿਸੇ ਨੂੰ ਸੁਖੀ ਕਰ ਦੇਵੇ। ਫਿਰ ਕਹਿੰਦੇ ਪਾਣੀ ਵਿੱਚ ਵੀ ਨੁਕਸ ਹੈ। ਪਾਣੀ ਹੁਆ ਤੋਂ ਕਿਆ ਪਿਆ ਜੋ ਸੀਰਾ ਤਾਤਾ ਹੋਏ। ਪਾਣੀ ਕਦੀ ਠੰਡ ਹੋ ਗਈ ਤਾਂ ਠੰਡਾ ਹੋ ਜਾਂਦਾ, ਜਦੋਂ ਗਰਮੀ ਹੋਈ ਤਾਂ ਗਰਮ ਹੋ ਜਾਂਦਾ। ਇਹਦੇ ਵਿੱਚ ਵੀ ਇੱਕ ਔਗਣ ਹੈ ਵੀ ਕਦੀ ਗਰਮ ਹੋ ਜਾਣਾ ਕਦੀ ਠੰਡੇ ਹੋ ਜਾਣਾ। ਹਰੀ ਦਾ ਜਨ ਇੱਕ ਰਸ ਰਹਿਣਾ ਚਾਹੀਦਾ ਜੋ ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਜਨ ਉੱਦਾਂ ਦਾ ਹੋਣਾ ਚਾਹੀਦਾ ਜਿੱਦਾਂ ਦਾ ਪਰਮੇਸ਼ਰ ਆਪ ਹੈ, ਜਿੱਦਾਂ ਦਾ ਨਿਰੰਕਾਰ ਆਪ ਹੈ ਉੱਦਾਂ ਦਾ ਹੋਣਾ ਚਾਹੀਦਾ। ਹਰ ਜਨ ਰਾਖੇ ਗੁਰ ਗੋਬਿੰਦ। ਜਦੋਂ ਦਾ ਫਰਕ ਹੀ ਕੋਈ ਨਹੀਂ ਆ, ਫਿਰ ਤਾਂ ਇੱਕੋ ਹੀ ਰੂਪ ਹੈ, ਉਹ ਵੀ ਤਾਂ ਉਹ ਵੀ, ਪਰ ਫਿਰ ਵੀ ਆਪਣੇ ਜਨਾਂ ਦੀ ਰੱਖਿਆ ਕਰਦਾ। ਭਗਤ ਜਨਾਂ ਦੀ ਸਦਾ ਤੂੰ ਰੱਖਦਾ ਹਰ ਜੀਉ। ਹਰ ਜਨ ਰਾਖੇ ਗੁਰ ਗੋਬਿੰਦ। ਕੰਠ ਲਗਾਏ ਆਪਣੇ ਜਨ ਰਾਖੇ ਦਿਆਲ ਪੁਰਖ ਬਖਸ਼ੰਦ। ਆਪਣਿਆਂ ਨੂੰ ਗਲੇ ਨਾਲ ਲਾ ਕੇ, ਕਿਸੇ ਨੂੰ ਪੁੱਤ ਪਿਆਰਾ ਉਹ ਗਲ ਨਾਲ ਲਾ ਕੇ ਮਿਲਦਾ। ਕੋਈ ਬਹੁਤ ਜ਼ਿਆਦਾ ਪ੍ਰੇਮੀ ਹੋਵੇ ਉਹ ਜਦੋਂ ਕਿਸੇ ਨੂੰ ਪ੍ਰੇਮ ਨਾਲ ਮਿਲਦਾ ਗਲ ਲੱਗ ਕੇ ਮਿਲਦੇ ਆ। ਗਲ ਉਹਨੂੰ ਮਿਲਦੇ ਜਿੰਨਾ ਜ਼ਿਆਦਾ ਪ੍ਰੇਮ ਹੁੰਦਾ। ਕਈ ਵਾਰ ਤੁਸੀਂ ਬੀਬੀਆਂ ਦੇਖ ਲਓ ਗਲੇ ਮਿਲਦੀਆਂ, ਉਹ ਮਿਲਦੀਆਂ ਮੁਲਦੀਆਂ ਨਹੀਂ, ਇੱਕ ਫਾਰਮੈਲਿਟੀ ਜਿਹੀ ਕਰਦੀਆਂ ਹੁੰਦੀਆਂ। ਜਿੰਨਾ ਜ਼ਿਆਦਾ ਪ੍ਰੇਮ ਹੁੰਦਾ ਉਹਨੂੰ ਗਲੇ ਲੱਗ ਕੇ ਮਿਲਦਾ। ਕੰਠ ਲਗਾਏ ਆਪਣੇ ਜਨ ਕੰਠ ਲਗਾਏ ਆਪਣੇ ਜਨ ਮੇਟੇ ਦਿਆਲ ਪੁਰਖ ਬਖਸ਼ੰਦ। ਹਰ ਜਨ ਰਾਖੇ ਗੁਰ ਗੋਬਿੰਦ। ਕੰਠ ਲਗਾਏ ਆਪਣੇ ਜਨ ਰਾਖੇ ਦਿਆਲ ਪੁਰਖ ਬਖਸ਼ੰਦ। ਪਰਮੇਸ਼ਰ ਨਿਰੰਕਾਰ ਦਿਆਲ ਪੁਰਖ ਹੈ, ਬਖਸ਼ਣ ਵਾਲਾ ਹੈ। ਉਹ ਆਪਣਿਆਂ ਨੂੰ ਗਲੇ ਨਾਲ ਲਾ ਕੇ ਰੱਖਦਾ। ਹਰ ਜਨ ਰਾਖੇ ਗੁਰ ਦਿਆਲ ਪੁਰਖ ਬਖਸ਼ੰਦ। ਰਹਾਕੋਟ ਦਿਆਲ ਪੁਰਖ ਬਖਸ਼ੰਦ। ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਵੈਸੇ ਮੰਗਣਾ ਤਾਂ ਜੇ ਕੋਈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਮੰਗਦਾ ਤਾਂ ਬੱਚਾ ਵੀ ਆਪਣੇ ਮਾਂ ਬਾਪ ਤੋਂ ਹੈ, ਮੰਗਦਾ ਜੀਵ ਵੀ ਹੈ ਪਰਮੇਸ਼ਰ ਨਿਰੰਕਾਰ ਤੋਂ। ਬਸ ਕੁਛ ਬੰਦੇ ਐਸੇ ਹੈ ਜਿਨ੍ਹਾਂ ਨੇ ਸੰਸਾਰ ਵਿੱਚ ਕੁਛ ਮੰਗਿਆ ਹੀ ਨਹੀਂ ਹੈ, ਸੰਤੋਖੀ ਬੰਦੇ ਹੈ। ਉਹਨਾਂ ਬੰਦਿਆਂ ਦਾ ਪਰਮੇਸ਼ਰ ਨਿਰੰਕਾਰ ਕਹਿੰਦਾ ਮੈਨੂੰ ਚਿੰਤਾ ਤਾਂ ਉਹਨਾਂ ਦੀ ਹੈ ਜਿਹੜੇ ਮੰਗਦੇ ਕੁਛ ਨਹੀਂ ਹੈ। ਵੈਸੇ ਪਰਮੇਸ਼ਰ ਕਹਿੰਦੇ ਜੋ ਜੇ ਬੱਚਾ ਮੰਗਦਾ ਉਹ ਜਦੋਂ ਆਪਣੇ ਮਾਤਾ ਪਿਤਾ ਤੋਂ ਮੰਗਦਾ ਤੇ ਉਹ ਦੇ ਦਿੰਦੇ ਆ। ਪਰਮੇਸ਼ਰ ਕੋਲੋਂ ਜਦੋਂ ਕੋਈ ਕੁਛ ਮੰਗਦਾ ਉਹਨੂੰ ਉਹ ਦੇ ਦਿੰਦਾ। ਉਹ ਪਰਮੇਸ਼ਰ ਕਹਿੰਦਾ ਜਿਹੜਾ ਮੰਗ ਕੇ ਲੈ ਲੈਂਦੇ ਉਹ ਤਾਂ ਠੀਕ ਹੈ, ਜਿਹੜੇ ਮੰਗਦੇ ਨਹੀਂ ਮੈਨੂੰ ਚਿੰਤਾ ਉਹਨਾਂ ਦੀ ਹੈ। ਮੈਨੂੰ 24 ਘੰਟੇ ਇਹਨਾਂ ਦੇ ਮਗਰ ਮਗਰ ਫਿਰਨਾ ਪੈਂਦਾ ਹੈ, ਪਾਲੇ ਨਾ ਠਰ ਜਾਣ, ਇਹ ਕਿਤੇ ਇਹਨਾਂ ਨੂੰ ਠੰਡ ਨਾ ਲੱਗ ਜਾਵੇ, ਇਹ ਕਿਤੇ ਭੁੱਖੇ ਨਾ ਰਹਿ ਜਾਣ। ਉਹਨਾਂ ਦੇ ਵਿੱਚ ਦੋ ਗੁਣ ਸਭ ਤੋਂ ਵੱਡੇ ਹੁੰਦੇ ਆ ਜਿਨ੍ਹਾਂ ਦੇ ਪਰਮੇਸ਼ਰ ਜਿਨ੍ਹਾਂ ਨੂੰ ਮੰਗਣਾ ਨਹੀਂ ਪੈਂਦਾ। ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ। ਸੰਤੋਖੀ ਪੁਰਖ ਜਿਹੜੇ ਸੰਸਾਰ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਤੋਂ ਮੰਗਿਆ ਹੀ ਕੁਛ ਨਹੀਂ ਆ। ਇੱਕ ਸਿਰਫ ਉਹਦੀ ਪ੍ਰੀਤੀ ਮੰਗੀ। ਰਾਜ ਨਾ ਮੰਗੂ ਮੁਕਤ ਨਾ ਮੰਗੂ ਮਨ ਪ੍ਰੀਤ ਚਰਨ ਕਮਲਾਰੇ। ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ ਆ, ਮਹਾਰਾਜ ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ ਆ। ਸੁਦਾਮੇ ਵਰਗਿਆਂ ਦਾ ਬੜੀ ਵਾਰ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਉਹ ਜ਼ਿਕਰ ਤਾਰੀਲੇ ਗਨਕਾ ਬਿਨ ਰੂਪ ਵਿਆਦ ਅਜਾਮਲ ਤਾਰੀਲੇ ਨਜੈ ਦਿਓ ਨਾਮਾ ਬੇਪਸਦਾਮਾ ਕਿੰਤ ਤਿਨ ਕੋ ਕਿਰਪਾ ਪਈ ਹੈ ਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਸੁਦਾਮੇ ਦਾ ਜ਼ਿਕਰ ਬਹੁਤ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਸੰਤੋਖੀ ਪੁਰਖਾਂ ਦਾ ਨਾਮ ਸੰਸਾਰ ਵਿੱਚ ਅਮਰ ਰਿਹਾ ਸਦਾ ਵਾਸਤੇ। ਵੈਸੇ ਮੰਗਣਾ ਮਾੜਾ ਨਹੀਂ। ਸਤਿਗੁਰੂ ਜੀ ਕਹਿੰਦੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਨਿਰੰਕਾਰ ਮੁਖ ਤੋਂ ਬੋਲ ਦੇਵੇ ਇੱਥੇ ਵੀ ਤੇ ਉੱਥੇ ਵੀ। ਜਿੰਨਾ ਮਰਜੀ ਵੱਡਾ ਪਾਪੀ ਹੋਵੇ ਮੂੰਹ ਚੋਂ ਨਿਕਲਿਆ ਹੋਇਆ ਉਸੇ ਵੇਲੇ ਬਰੀ। ਰਾਸ਼ਟਰਪਤੀ ਕਿਸੇ ਨੂੰ 20 ਸਾਲ ਦੀ ਸਜ਼ਾ ਕਰ ਦੇਵੇ, ਚਾਹੇ 20 ਤੋਂ ਮੁਕਤ ਕਰ ਦੇਵੇ, ਛੱਡ ਦੇਵੇ, ਉਹਦੇ ਹੱਥ ਵਿੱਚ ਹੈ। ਬੜੇ ਬੜੇ ਪਾਪੀ ਜਪਹੀਣ ਤਪਹੀਣ ਕਰਮਹੀਣ ਕੁਲਹੀਣ ਨਾਮੇ ਕੇ ਸੁਆਮੀ ਤੇ ਉਤਰੇ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨ ਚੱਕ ਗਨਕਾ ਬਾੜੇ ਆਏ ਖਲੋਤਾ। ਬੜੇ ਬੜੇ ਪਾਪੀ ਜਿਨ੍ਹਾਂ 'ਤੇ ਕਿਰਪਾ ਨਿਰੰਕਾਰ ਨੇ ਕੀਤੀ ਹੈ ਉਹਨਾਂ ਦਾ ਜਪ ਤਪ ਵੀ ਨਹੀਂ ਦੇਖਿਆ। ਗੁਰੂ ਨੇ ਕਿਰਪਾ ਕੀਤੀ ਹੈ, ਜਿਨ੍ਹਾਂ 'ਤੇ ਬਖਸ਼ਿਸ਼ ਕੀਤੀ ਹੈ।
ਜਿਹੜੇ ਪਰਮੇਸ਼ਰ ਨਿਰੰਕਾਰ ਦੇ ਨੇੜੇ ਰਹਿੰਦੇ ਆ ਵੀ ਜੋ ਮੰਗਦੇ ਉਹਨਾਂ ਨੂੰ ਮਿਲ ਜਾਂਦਾ, ਜੋ ਕਹਿੰਦੇ ਉਹ ਮੰਨ ਜਾਂਦਾ। ਜੇ ਕਿਸੇ ਨੂੰ ਕੋਈ ਅਰਦਾਸ ਬੇਨਤੀ ਕੀਤੀ ਆ, ਕਿਸੇ ਦੀ ਅਰਦਾਸ ਕੀਤੀ, ਉਹ ਪ੍ਰਵਾਨ ਕਰ ਲੈਂਦਾ। ਤਾਂ ਹੀ ਮਹਾਤਮਾ ਲੋਕਾਂ ਤੋਂ ਅਰਦਾਸ ਕਰਾਉਂਦੇ ਆ ਵੀ ਜਿਹੜੇ ਰੱਬ ਦੇ ਨੇੜੇ ਬੰਦੇ ਆ। ਕਦੀ ਰਾਜਨੀਤਿਕਾਂ ਦਾ ਕੰਮ ਹੁੰਦਾ, ਤੁਸੀਂ ਰਾਜਨੀਤਿਕ ਬੰਦੇ ਨੂੰ ਲੱਭਦੇ ਹੋ, ਉਹਦੀ ਉੱਥੇ ਸਰਕਾਰੀ ਦਰਬਾਰੇ ਚੱਲਦੀ ਹੈ, ਉਹ ਕੰਮ ਕਰਾ ਦਿੰਦਾ। ਜਦੋਂ ਸਰਕਾਰੀ ਦਰਬਾਰੇ ਬੰਦੇ ਦੀ ਪਹੁੰਚ ਖਤਮ ਹੋ ਜਾਵੇ, ਫਿਰ ਉਹ ਧਾਰਮਿਕ ਪੱਖ ਵੱਲ ਨੂੰ ਤੁਰਦਾ। ਧਾਰਮਿਕ ਪੱਖ ਵਾਲੇ ਪਾਸੇ ਫਿਰ ਧਾਰਮਿਕ ਪੱਖ ਵਾਲੇ ਪੁਰਖਾਂ ਨੂੰ ਲੱਭਣਾ ਪੈਂਦਾ। ਉਹ ਫਿਰ ਧਾਰਮਿਕ ਪੱਖ ਵਾਲੇ ਪੁਰਖ ਜਿਹੜੇ ਆ, ਉਹ ਫਿਰ ਅਰਦਾਸ ਕਰਕੇ ਨਿਰੰਕਾਰ ਤੋਂ ਉਹ ਬੇਨਤੀ ਕਰਕੇ ਉਹ ਕੰਮ ਕਰਵਾ ਦਿੰਦੇ ਆ। ਇਸੇ ਤਰ੍ਹਾਂ ਬੜੇ ਬੜੇ ਮਹਾਤਮਾ ਲੋਕ ਜਿਨ੍ਹਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਮੁੜੇ ਨਹੀਂ ਆ, ਜਿਨ੍ਹਾਂ ਦੇ ਰਸਨਾ ਤੋਂ ਨਿਕਲੇ ਹੋਏ ਬੋਲ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖੋ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਸਮੁੰਦਰ ਦਾ ਹਾਲੇ ਤੱਕ ਸਾਇੰਸਦਾਨਾਂ ਨੇ ਥਾਂ ਨਹੀਂ ਪਾਇਆ ਕਿੰਨਾ ਪਾਣੀ, ਕਿੰਨੇ ਕਿਊਬਿਕ ਪਾਣੀ ਆ, ਕਿੱਥੇ ਕਿੰਨਾ ਡੂੰਘਾ, ਹਾਲੇ ਤੱਕ ਸਮੁੰਦਰ ਦਾ ਅੰਤ ਨਹੀਂ ਪਾਇਆ। ਇੱਕ ਭਾਰਤ ਖੰਡ ਦੀ ਧਰਤੀ ਤੇ ਇੱਕ ਐਸਾ ਲਿਖੀ ਹੋਇਆ ਜਿਹਨਾਂ ਸਮੁੰਦਰ 2.5 ਚੂੜੀਆਂ ਕਰਕੇ ਪੀ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਬਚਨ ਹੈ, ਝੂਠਾ ਵੀ ਬਚਨ ਨਹੀਂ ਹੈ। ਔਰ ਅੱਜ ਤੱਕ ਉਹਦਾ ਪ੍ਰਮਾਣ ਹੈ ਸਮੁੰਦਰ ਸਾਰਾ ਲੂਣਾ ਹੈ। ਤੇ ਦਰਵਾਸਾ ਰੇਖੀ ਵਰਗਿਆਂ ਨੇ ਸ਼ਰਾਪ ਦੇ ਕੇ 56 ਕਰੋੜ ਜਾਦਵ ਧਰਤੀ ਤੇ ਲੰਮੇ ਪਾ ਦਿੱਤੇ। ਕੀ ਜ਼ਰੂਰਤ ਹੈ? ਪਰਮਾਣੂ ਦੀ ਜ਼ਰੂਰਤ ਕੀ ਹੈ? ਮਹਾਤਮਾ ਲੋਕਾਂ ਦੇ ਬਚਨ ਸੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲੀਏ ਉਹ ਬਚਨ ਕਰਦੇ ਹਨ, ਉਹਦੀ ਜ਼ਬਾਨ ਤਲਵਾਰ ਹੋਣੀ ਚਾਹੀਦੀ ਆ। ਤਲਵਾਰ ਦਾ ਫੱਟ ਤਾਂ ਮਿਲ ਜੂਗਾ, ਕਹਿੰਦੇ ਜ਼ਬਾਨ ਦਾ ਨਿਕਲਿਆ ਹੋਇਆ ਬੋਲ ਮੁੜ ਕੇ ਵਾਪਸ ਮੁੜਨਾ ਨਹੀਂ ਆ। ਜਿਹੜਾ ਨਿਕਲ ਗਿਆ ਨਿਕਲ ਗਿਆ। ਉਹਨਾਂ ਦੀ ਜ਼ਬਾਨ ਤਲਵਾਰ ਨਾਲੋਂ ਜ਼ਿਆਦਾ ਕਾਟ ਕਰਦੀ ਆ। ਐਸੇ ਪੁਰਖ ਜਿਨ੍ਹਾਂ ਦੀ ਬਾਬਤ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜੋ ਮੰਗੇ ਠਾਕਰ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ। ਕਹਿੰਦੇ ਜਿਹੜੇ ਦਾਸ ਪਰਮੇਸ਼ਰ ਨਿਰੰਕਾਰ ਦੇ ਮੂੰਹ ਤੋਂ ਜੋ ਬੋਲਦੇ ਆ, ਇਹਾਂ ਉਹਾਂ ਸੱਚ ਹੋਵੇ, ਇੱਥੇ ਵੀ ਤੇ ਉੱਥੇ ਵੀ। ਜੇ ਇੱਥੋਂ ਗੱਲ ਕਹਿ ਕੇ ਦਰਗਾਹ ਦੀ ਪਾਸ ਕਰਤੀ, ਦਰਗਾਹ 'ਚ ਕੋਈ ਨਹੀਂ ਮਿਲਦਾ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠਾ ਦਰ ਸੁਭ ਦਿਓ। ਉੱਥੇ ਦਰਗਾਹ ਵਿੱਚ ਕੋਈ ਨਹੀਂ ਪੁੱਛਦਾ। ਸਾਧ ਕੇ ਸੰਗ ਇਹਾਂ ਉਹਾਂ ਸਹੇਲਾ, ਸਾਧ ਸੰਗ ਵਿਛਰਤ ਹਰ ਮੇਲਾ। ਇੱਥੇ ਵੀ ਤੇ ਉੱਥੇ ਵੀ। ਧਰਮ ਰਾਜਾ ਇੱਥੇ ਸਾਧੂ ਦੀ ਸੇਵਾ ਕੀਤੀ, ਧਰਮ ਰਾਜਾ ਸੇਵਾ ਉੱਥੇ ਕਰਦਾ। ਸਾਧ ਸੰਗ ਧਰਮ ਰਾਜੇ ਕਰੇ ਸੇਵਾ। ਧਰਮ ਰਾਜਾ ਵੀ ਡਰਦਾ ਉਹਨਾਂ ਤੋਂ, ਕਿਉਂਕਿ ਜਿਹੜੇ ਪਰਮੇਸ਼ਰ ਦੇ ਦਾਸ ਹੈ, ਪਰਮੇਸ਼ਰ ਦੇ ਸੇਵਕ ਹੈ, ਜਿਨ੍ਹਾਂ ਨੇ ਆਪਣਾ ਮਨ ਤਨ ਅਰਪਣ ਕਰ ਦਿੱਤਾ ਗੁਰੂ ਨੂੰ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਜਿਨ੍ਹਾਂ ਨੇ ਆਪਣੀ ਆਪ ਜੋ ਵੀ ਸਾਰਾ ਕੁਝ ਗੁਰੂ ਦਾ ਮੰਨ ਲਿਆ, ਪਰਮੇਸ਼ਰ ਨੇ ਆਪਣਾ ਆਪ ਉਹਨਾਂ ਨੂੰ ਦੇ ਦਿੱਤਾ। ਪਿੱਛੇ ਕੋਈ ਉਹਨੇ ਰੱਖੀ ਨਹੀਂ ਚੀਜ਼, ਉਹਨੂੰ ਕਰਤਾ ਧਰਤਾ ਬਣਾ ਦਿੱਤਾ। ਉਹਦੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਲਿਖੀ ਹੈ। ਤੁਹਾਡੇ ਵਿੱਚ ਬਹੁਤ ਸਾਰੇ ਪੜ੍ਹਦੇ ਹੋਣਗੇ। ਉਹਨਾਂ ਨੇ ਇਹ ਗੱਲ ਕਹੀ ਹੈ, ਮਨ ਮੇਰੇ ਤਿੰਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਭ ਪਾਪ ਮਿਟਾਵੇ। ਅਬਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਐਸੇ ਜਨ ਦੇ ਪੈਰਾਂ ਦੀ ਪੂਜਾ ਕਰੋ। ਕੌਣ ਕਹਿੰਦਾ ਵੀ ਮਹਾਤਮਾ ਲੋਕਾਂ ਦੇ ਮੱਥਾ ਨੂੰ ਟੇਕਣਾ? ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ। ਕਹਿੰਦੇ ਉਹਦੇ ਦਰਸ਼ਨ ਕਰਨਾ, ਕਰੋੜਾਂ ਪਾਪ ਤੁਹਾਡੇ ਖਤਮ ਹੋ ਜੂਗੇ। ਸੋ ਗੁਰਮੁਖੋ, ਗੁਰਬਾਣੀ ਜਦੋਂ ਕਿ ਸੋ ਸਮਝ ਕੇ ਪੜ੍ਹੀਏ ਉਹਦਾ ਰਸ ਆਉਂਦਾ। ਜਦੋਂ ਸਮਝ ਕੇ ਨਾ ਪੜ੍ਹੀਏ ਫਿਰ ਉੱਦਾਂ ਹੀ ਕਰੂੜੀਆਂ ਕਰੀ ਜਾਈਏ, ਉਹਦਾ ਰਸ ਨਹੀਂ ਆਉਂਦਾ। ਇਸ ਕਰਕੇ ਸਮਝ ਕੇ ਬਾਣੀ ਨੂੰ ਪੜ੍ਹੀਏ ਤਾਂ ਰਸ ਹੀ ਰਸ ਹੈ। ਅਗਿਆਨਤਾ ਕੱਟੀ ਜਾਂਦੀ ਹੈ। ਜਿਹੜੇ ਆਪਣੀ ਮੱਤ ਲੈ ਕੇ ਬੜੇ ਤੁਰੇ ਹੋਏ ਆ ਸਿੱਖ ਕੌਮ ਦੇ ਅੰਦਰ, ਕਿਸੇ ਦੀ ਨਾਮ ਨਹੀਂ ਲੈਣਾ ਗੁਰਮੁਖੋ। ਜਿੱਥੇ ਗੁਰੂ ਦੀ ਗੱਲ ਚੱਲਦੀ ਹੋਵੇ, ਗੁਰੂ ਦੀ ਵਿਚਾਰ, ਮਹਾਤਮਾ ਲੋਕਾਂ ਦੀਆਂ ਸੰਪਰਦਾਵਾਂ ਪਿੱਛੋਂ ਚੱਲੀਆਂ ਆਈਆਂ। ਕਿੱਡੇ ਕਿੱਡੇ ਮਹਾਤਮਾ ਸਾਡੀਆਂ ਸੰਪਰਦਾਵਾਂ ਵਿੱਚ ਹੋਏ ਆ। ਉਸ ਮਹਾਤਮਾ ਦੀ ਸੰਗਤ ਕਰੋ ਜਿਨ੍ਹਾਂ ਦੀ ਜੜ ਡੂੰਘੀ ਹੈ, ਪਿੱਛੇ ਕਿੱਥੋਂ ਆਏ ਆ, ਉਹਨਾਂ ਦੀ ਮੱਤ ਲੈ ਕੇ ਕਿੰਨੇ ਕੁ ਮਹਾਤਮਾ ਪੁਰਖ ਪਰਮੇਸ਼ਰ ਨੂੰ ਮਿਲੇ ਆ। ਉਹਨਾਂ ਦੀ ਸੰਗਤ ਨਾ ਕਰੋ ਜਿਨ੍ਹਾਂ ਦੀ ਮੱਤ ਲੈ ਕੇ ਹਾਲੇ ਤਾਈਂ ਕੋਈ ਪਰਮੇਸ਼ਰ ਨੂੰ ਮਿਲਿਆ ਨਹੀਂ ਹੈ। ਉਹ ਕੋਈ ਹੋਵੇ। ਦੇਖੋ ਕਿੱਥੇ ਪਿੱਛੋਂ 10ਵੇਂ ਪਾਤਸ਼ਾਹ ਜੀ ਤੋਂ ਲੈ ਕੇ ਸੰਪਰਦਾਵਾਂ ਚੱਲੀਆਂ ਆਉਂਦੀਆਂ, ਉਹ ਇੱਕੋ ਹੀ ਮੱਤ ਨੂੰ ਗ੍ਰਹਿਣ ਕਰਕੇ ਅੱਗੇ ਤੋਂ ਅੱਗੇ ਅਵਸਥਾ ਨੂੰ ਪਹੁੰਚੇ ਆ। ਗਾਹਾਂ ਉਸੇ ਮੱਤ ਨੂੰ ਲੈ ਕੇ ਹਾਲੇ ਵੀ ਬਹੁਤ ਸਾਰੇ ਜਗਿਆਸੂ ਉਸ ਅਵਸਥਾ ਨੂੰ ਤੈਅ ਕਰ ਰਹੇ ਆ, ਰਸਤੇ ਨੂੰ ਤੈਅ ਕਰ ਰਹੇ ਆ। ਇਸ ਕਰਕੇ ਕਿਸੇ ਦੀ ਨਿੰਦਿਆ ਨਹੀਂ ਹੈ।
ਜਿੱਥੇ ਵੀ ਕੋਈ ਮੰਨਦਾ ਠੀਕ ਹੈ, ਜੁੜਨਾ ਸ਼ਬਦ ਨਾਲ ਹੀ ਹੈ, ਚਾਹੇ ਹਿੰਦੂ ਦਾ ਸ਼ਬਦ ਹੈ, ਚਾਹੇ ਮੁਸਲਮਾਨ ਦਾ, ਚਾਹੇ ਸਿੱਖ ਦਾ। ਇਕਾਗਰ ਚਿੱਤ ਇੱਕ ਸ਼ਬਦ ਤੇ ਹੋਣਾ। ਗੁਰੂ ਅਮਰਦਾਸ ਮਹਾਰਾਜ ਨੇ ਨਹੀਂ ਲਿਖਿਆ ਵੀ ਕਿਹੜਾ ਸ਼ਬਦ ਪੜ੍ਹਨਾ, ਉਹ ਨਹੀਂ ਕਿਹਾ ਇਹ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਵ ਲਾਏ। ਇਹ ਥੋੜ੍ਹਾ ਦੱਸਿਆ ਵੀ ਇਹ ਸ਼ਬਦ ਪੜ੍ਹੋ ਭਾਈ। ਜਿਹੜੇ ਵੀ ਧਰਮ ਨੂੰ ਕੋਈ ਮੰਨਦਾ ਉਸ ਸ਼ਬਦ ਦੇ ਨਾਲ ਲਿਵ ਜੋੜ ਲਵੇ, ਉਹਨੂੰ ਕੀ ਮਿਲੂਗਾ? ਕਹਿੰਦੇ 9 ਨਿਧਾਂ 18 ਸਿੱਧਾਂ ਉਹਦੇ ਪਿੱਛੇ ਲੱਗ ਜਾਣਗੀਆਂ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। 9 ਨਿਧਾਂ 18 ਸਿੱਧਾਂ ਉਹਦੇ ਪਿੱਛੇ ਪਿੱਛੇ ਤੁਰੀਆਂ ਫਿਰਨਗੀਆਂ। ਸੋ ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਆ, ਉਹਦੇ ਅਨੁਸਾਰ ਤੁਹਾਡੇ ਨਾਲ ਵਿਚਾਰ ਕੀਤੀ ਹੈ। ਬਾਬਾ ਨਾਗਰ ਸਿੰਘ ਜੀ ਉਹ ਵੀ ਆਏ ਨੇ, ਉਹਨਾਂ ਨੇ ਹਾਜ਼ਰੀ ਭਰੀ ਹੈ। ਦਾਸ ਨੇ ਆਗਿਆ ਲੈ ਲੈਣੀ ਆ, ਥੋੜ੍ਹਾ ਸਰੀਰ ਚੰਗਾ ਨਹੀਂ ਕਰਕੇ ਮੈਂ ਜਾਂਦਾ ਤਾਂ ਨਹੀਂ ਹੁੰਦਾ ਕਦੀ ਵੀ। ਗੁਰੂ ਦੀ ਹਾਜ਼ਰੀ ਭਰ ਕੇ ਸਮਾਪਤੀ 'ਤੇ ਜਾਈਦਾ। ਪਰਿਵਾਰ ਜਾਣਦੇ ਨੇ ਮੇਰੀ ਸਿਹਤ ਕੁਛ ਬਹੁਤ ਵਧੀਆ ਨਹੀਂ ਸੀ। ਮੈਂ ਇਹਨਾਂ ਨੂੰ ਪੱਕਾ ਵੀ ਨਹੀਂ ਸੀ ਕਿਹਾ ਵੀ ਮੈਂ ਆਊਂਗਾ। ਮੈਂ ਕਿਹਾ ਜੇ ਸਿਹਤ ਚੰਗੀ ਹੋਈ ਤਾਂ ਮੈਂ ਆ ਜਾਊਂਗਾ। ਸੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਗੁਰਮੁਖੋ। ਕੋਈ ਸੰਸਾ ਲੈ ਕੇ ਨਾ ਜਾਇਓ। ਜੇ ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਹਰ ਖਵਾਲ ਆ ਜਾਏ। ਜਦੋਂ ਮਰਜ਼ੀ ਬੈਠ ਕੇ ਵਿਚਾਰ ਕੀਤੀ ਜਾ ਸਕਦੀ ਹੈ। ਅੰਦਰ ਸੰਸਾ ਤਾਂ ਫਿਰ ਉਹ ਹੁੰਦਾ ਜਦੋਂ ਚਲਦੇ ਪਾਣੀ ਵਿੱਚ ਡੱਖਾ ਖੜ ਜਾਵੇ, ਉੱਥੇ ਹਰਿਆਈ ਜੰਮ ਜਾਂਦੀ ਹੈ, ਗੰਦਗੀ ਫਸ ਜਾਂਦੀ ਹੈ। ਉਹ ਫਿਰ ਪਾਣੀ ਨੂੰ ਨਿਰਮਲ ਨਹੀਂ ਰਹਿਣ ਦਿੰਦੀ। ਸੰਸੇ ਜੀਓ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ। ਸੰਸਿਆ ਨਾਲ ਮਲੀਨਤਾ ਹੀ ਵੱਧਦੀ ਹੈ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਭਾਵੇਂ ਲੜਕੀ ਦੇ ਆਨੰਦ ਕਾਰਜ ਦੀ ਰਸਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਾਸਤੇ ਇਸ ਪਰਿਵਾਰ ਨੇ, ਭਾਵੇਂ ਸਰਦਾਰ ਬਲਿਹਾਰ ਸਿੰਘ ਹੁਣੀ ਨਹੀਂ ਰਹੇ ਸਰੀਰ ਕਰਕੇ, ਪਰ ਉਹਨਾਂ ਦਾ ਪਰਿਵਾਰ ਹੈ। ਦਾਸ ਤਾਂ ਉਸ ਸਮੇਂ ਬਹੁਤ ਸਿਹਤ ਖਰਾਬ ਹੋਣ ਕਰਕੇ ਨਹੀਂ ਵੀ ਪਹੁੰਚ ਸਕਿਆ। ਸਮਾਂ ਉਸ ਤਰ੍ਹਾਂ ਦਾ ਸੀ, ਪਰ ਇਹ ਪਰਿਵਾਰ ਹੈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਵਾਲੀਏ, ਉਹਨਾਂ ਦੇ ਪਵਿੱਤਰ ਅਸਥਾਨ ਦੇ ਸੇਵਾਦਾਰ ਨੇ। ਇਸ ਕਰਕੇ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ।